ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਨਿਊਜ਼ 84 ਪੰਜਾਬ ਤੇ ਮੈਂ ਵਿਪਨ ਹਰ ਰੋਜ਼ ਦੀ ਤਰ੍ਹਾਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ। ਸੋ ਦੋਸਤੋ, ਤੁਹਾਨੂੰ ਪਤਾ ਆ ਵੀ ਕਰੋਨਾ ਦਾ ਜਿਹੜਾ ਦੌਰ ਚੱਲ ਰਿਹਾ ਆ ਪੂਰੇ ਵਿਸ਼ਵ ਦੇ ਵਿੱਚ, ਔਰ ਇੰਡੀਆ ਦੇ ਹਾਲਾਤ ਵੀ ਜਿਹੜੇ ਦਿਨੋਂ ਦਿਨ ਬੱਤਰ ਹੋ ਰਹੇ ਨੇ। ਪੰਜਾਬ ਦੀ ਗੱਲ ਕਰੀਏ, ਜਿਹੜੇ ਕਾਫੀ ਮੁਸ਼ਕਲ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ, ਔਰ ਸਰਕਾਰਾਂ ਵੀ ਜਿਹੜਾ ਆਪਣਾ ਜੱਦੋਜਹਿਦ ਕਰ ਰਹੀਆਂ ਨੇ, ਔਰ ਸਮਾਜ ਸੇਵੀ ਜਥੇਬੰਦੀਆਂ, ਸਮਾਜ ਸੇਵੀ ਲੋਕ ਵੀ ਜਿਹੜਾ ਕਿਤੇ ਨਾ ਕਿਤੇ ਆਪਣਾ ਸਹਿਯੋਗ ਦੇ ਰਹੇ ਨੇ ਔਰ ਲੋਕਾਂ ਦੀ ਬਾਂਹ ਫੜ ਰਹੇ ਨੇ। ਇਸ ਵਕਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅਸੀਂ ਮੌਜੂਦ ਹੈਗੇ ਹਾਂ ਗੋਲਡਨ ਸਿਟੀ ਅਪਰਾ ਵਿਖੇ, ਜੋ ਇੱਕ ਡਿਸਟ੍ਰਿਕਟ ਜਲੰਧਰ ਦਾ ਹੀ ਕਸਬਾ ਹੈਗਾ ਆ ਅਪਰਾ, ਜਿਸ ਨੂੰ ਗੋਲਡ ਸਿਟੀ ਵੀ ਕਿਹਾ ਜਾਂਦਾ ਆ। ਸੋ ਉੱਥੇ ਮੌਜੂਦ ਹੈਗੇ ਆ, ਔਰ ਇੱਥੇ ਇੱਕ ਸ਼ਖਸ ਹੈਗੇ ਨੇ, ਬੜੀ ਮਹਾਨ ਸ਼ਖਸੀਅਤ ਨੇ, ਗੁਰਦਾਵਰ ਸਿੰਘ ਗਾਬਾ ਜੀ, ਜਿਹੜੇ ਕਿ ਪਿੰਡ ਲੋਹਗੜ੍ਹ ਨੇੜੇ ਹੀ ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਨੇ। ਔਰ ਉਹਨਾਂ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਚੁੱਕਿਆ ਗਿਆ, ਉਪਰਾਲਾ ਕੀਤਾ ਗਿਆ, ਜਿਹੜਾ ਕਿ ਉਹਨਾਂ ਨੇ ਲਗਾਤਾਰ 30 ਦਿਨ ਲੰਗਰ ਚਲਾਇਆ ਹੈਗਾ ਆ ਨੇੜੇ ਦੇ 10 ਪਿੰਡਾਂ ਦੇ ਲੋਕਾਂ ਵਾਸਤੇ। ਔਰ ਉਹ ਲੰਗਰ ਨੂੰ ਅੱਜ 30 ਦਿਨ ਪੂਰੇ ਹੋ ਗਏ ਨੇ। ਅੱਜ ਉਸ ਲੰਗਰ ਦੀ ਸਮਾਪਤੀ ਹੈਗੀ ਆ, ਔਰ ਸਮਾਪਤੀ ਦੌਰਾਨ ਹੀ ਸਾਨੂੰ ਜਿਹੜਾ ਇਹਨਾਂ ਨੇ ਇੱਥੇ ਬੁਲਾਇਆ, ਔਰ ਅਸੀਂ ਵੀ ਪੱਤਰਕਾਰ ਹੋਣ ਦੇ ਨਾਤੇ ਆਪਣੀ ਇੱਥੇ ਆ ਕੇ ਸੇਵਾ ਨਿਭਾ ਰਹੇ ਹਾਂ, ਇਹਨਾਂ ਤੋਂ ਜਾਣਕਾਰੀ ਲੈ ਰਹੇ ਹਾਂ। ਜਿਹੜੀ ਗੁਰਦਾਵਰ ਸਿੰਘ ਗਾਬਾ ਜੀ ਨੇ ਜਿਹੜੀ ਇਹ ਲੰਗਰ ਚਲਾਈ ਆ, ਸਾਰੀ ਟੀਮਾਂ ਨਾਲ ਗੱਲਾਂ ਵੀ ਕਰਾਂਗੇ, ਜੋ ਇਹਨਾਂ ਦਾ ਸਫ਼ਰ ਰਿਹਾ 30 ਦਿਨਾਂ ਦਾ, ਸਾਰੇ ਸਫ਼ਰ ਬਾਰੇ ਚਰਚਾ ਹੋਣਗੀਆਂ। ਜੋ ਇਹਨਾਂ ਨੇ ਕੀਤਾ ਆ, ਕਿੱਦਾਂ ਕੀਤਾ, ਔਰ ਕਿੰਨੀਆਂ ਕੁ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਔਰ ਲੋਕਾਂ ਦੇ ਕੀ ਵਿਊ ਰਹੇ ਇਹਨਾਂ ਦੇ ਇਸ ਕੰਮ ਬਾਰੇ। ਸੋ ਜਿਹੜਾ ਇਹਨਾਂ ਦਾ 30 ਦਿਨ ਦਾ ਲੰਗਰ ਦਾ ਜਿਹੜਾ ਇਹ ਕੰਮ ਲਗਾਤਾਰ ਚੱਲਿਆ, ਉਸ ਸੰਬੰਧੀ ਜਾਣਕਾਰੀ ਲੈਂਦੇ ਆ ਇਹਨਾਂ ਦੀ ਮੈਨੇਜਮੈਂਟ ਟੀਮ ਦੇ ਕੋਲੋਂ। ਸਾਡੇ ਨਾਲ ਮੌਜੂਦ ਹੈਗੀ ਹੈ ਇਹਨਾਂ ਦੀ ਮੈਨੇਜਮੈਂਟ ਟੀਮ, ਸੋ ਉਹਨਾਂ ਨਾਲ ਗੱਲ ਕਰਦੇ ਹੈਗੇ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਨੀ ਕੁਮਾਰ ਸਰ। ਸਨੀ ਕੁਮਾਰ ਜੀ, ਤੁਸੀਂ ਇੱਥੇ ਮੈਨੇਜਮੈਂਟ ਜਿਹੜੀ ਤੁਹਾਡੀ ਟੀਮ ਹੈਗੀ ਲੰਗਰ ਦੀ, ਉਹਦੇ ਮੈਂਬਰ ਵੀ ਹੋ, ਔਰ ਮੈਨੂੰ ਲੱਗਦਾ ਤੁਸੀਂ ਇਸ ਟੀਮ ਦੇ ਮੋਹਤਬਾਰ ਵੀ ਹੋ, ਜਿਹੜਾ ਅੱਗੇ ਆ ਕੇ ਕੰਮ ਕਰ ਰਹੇ ਆ। ਕੀ ਮੈਂ ਸਹੀ ਕਹਿ ਰਿਹਾ ਜੀ? ਹਾਂਜੀ, ਔਰ ਮੈਂ ਅਤੇ ਪੁਸ਼ਕਨ ਕੈਂਟ ਜਿਹੜੇ ਆ ਸਾਡੇ ਭਾਜੀ ਸ਼ੰਮੀ ਹੁਣੇ, ਜਿਨ੍ਹਾਂ ਨੂੰ ਪਿਆਰ ਨਾਲ ਸ਼ੰਮੀ ਕਹਿੰਦੇ, ਅਤੇ ਰਜਿੰਦਰ ਕੁਮਾਰ ਚੀਮਾ ਜੀ, ਅਤੇ ਸਾਡੇ ਦੋਸਤ ਖਾਲਸਾ ਜੀ, ਅਸੀਂ ਚਾਰਾਂ ਦੀ, ਸਾਡੇ 4-5-7 ਜਣਿਆਂ ਦੀ ਟੀਮ ਹੈਗੀ ਹੈ ਜੀ। ਇਹ ਜੀ ਤੁਹਾਡੀ 5-7 ਦੀ ਟੀਮ ਹੈਗੀ, ਜਿਹੜੀ ਤੁਸੀਂ ਰਲ ਕੇ ਸਾਰਾ ਇਹ ਪ੍ਰੋਜੈਕਟ 30 ਦਿਨ ਦਾ ਚਲਾਇਆ। ਸੋ ਕਿੰਨੇ ਤੁਹਾਡੀ ਟੀਮ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਤੁਸੀਂ ਸਾਰਾ ਇਹ ਕੰਮ ਕੀਤਾ? ਕਿੰਨੇ ਮੈਂਬਰ ਹੈਗੇ ਸੀ ਤੁਹਾਡੀ ਟੀਮ ਦੇ? ਤਕਰੀਬਨ ਸੀਗੇ 5 ਮੈਂਬਰ ਸਰ। 5 ਮੈਂਬਰ। ਔਰ 5 ਮੈਂਬਰਾਂ ਤੋਂ ਬਿਨਾਂ ਜਿਹੜੀ ਟੀਮ ਤੁਹਾਡੀ ਡਿਲੀਵਰੀ ਕਰਦੀ ਸੀ ਲੰਗਰਾਂ ਦੀ ਗੱਡੀਆਂ ਦੇ ਵਿੱਚ, ਉਹ ਕਿੰਨੇ ਮੈਂਬਰ ਸੀਗੇ? ਉਹ ਸਰ ਸਾਡੇ ਤਕਰੀਬਨ 4 ਮੁੰਡੇ ਇੱਕ ਗੱਡੀ 'ਚ ਜਾਂਦੇ ਆ, ਅਤੇ ਦੋਨੇ ਗੱਡੀਆਂ ਵੱਖੋ ਵੱਖ 4-4 ਮੈਂਬਰ ਉੱਥੇ ਜਾਂਦੇ ਸੀਗੇ, ਅਤੇ ਬਾਕੀ 5-4 ਮੈਂਬਰ ਇੱਥੇ ਵੀ ਵਰਤਾਉਂਦੇ ਮੁੰਡੇ। ਠੀਕ ਆ ਜੀ। ਔਰ ਲੰਗਰ ਵੀ ਪੱਕਦਾ ਆ, ਔਰ ਲੰਗਰ ਪਕਾਉਣ ਲਈ ਜਿਹੜੀਆਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੇ, ਉਹਨਾਂ ਦੀ ਗਿਣਤੀ ਕਿੰਨੀ ਕੁ ਹੈਗੀ ਆ? ਉਹਨਾਂ ਦੀ 20 ਦੇ ਕਰੀਬ ਗਿਣਤੀ ਉਹਨਾਂ ਦੀ ਹੈਗੀ ਆ। 18-20 ਬੁੜੀਆਂ ਰੋਜ਼ ਆਉਂਦੀਆਂ, ਅਤੇ ਕੁਛ ਆ ਕੇ ਚੱਲ ਵੀ ਜਾਂਦੀਆਂ, ਥੋੜ੍ਹਾ ਸਮਾਂ ਲਗਾ ਕੇ ਵੀ ਚੱਲ ਜਾਂਦੀਆਂ, ਕਈ ਵੇਲੇ ਵੱਧ ਵੀ ਜਾਂਦੀਆਂ, ਅਤੇ ਜਾਂਦੇ 18-20 ਤਾਂ ਪੱਕੀਆਂ ਰਹਿੰਦੀਆਂ ਹੀ ਆ ਜੀ। ਸੋ ਜੇ ਗੱਲ ਕਰੀਏ ਕੁੱਲ ਮਿਲਾ ਕੇ, ਤੁਸੀਂ 40 ਦੇ ਕਰੀਬ ਜਿਹੜੇ ਮੈਂਬਰ ਇੱਥੇ, ਜਿਹੜਾ ਤੁਸੀਂ ਤੁਹਾਡੀ 40 ਬੰਦਿਆਂ ਦੀ ਵਿੱਚ ਲੇਡੀਜ਼ ਦੀ ਜਿਹੜੀ ਟੀਮ ਲਗਾਤਾਰ 50 ਤੁਹਾਡੇ ਮੈਂਬਰ ਜਿਹੜੇ ਟੀਮ ਦੇ ਹੈਗੇ, ਜਿਹੜੇ ਲਗਾਤਾਰ ਇੱਥੇ ਸੇਵਾਵਾਂ ਨਿਭਾ ਰਹੇ ਨੇ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਔਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡਾ ਇਹ 30 ਦਿਨ ਲੰਗਰ ਚੱਲਿਆ, ਔਰ ਅੱਜ ਲਾਸਟ ਦਿਨ ਆ, ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਵੀ ਕਿੱਦਾਂ ਤੁਹਾਡਾ ਸਿਸਟਮ ਚੱਲਦਾ ਰਿਹਾ, ਔਰ ਜਿਹੜੇ ਤੁਹਾਨੂੰ ਸਪੋਰਟ ਕਰਦੇ ਸੀ, ਜਿਨ੍ਹਾਂ ਨੇ ਸਾਰਾ ਇਹ ਤੁਹਾਡਾ ਪ੍ਰੋਗਰਾਮ ਆਰੰਭਿਆ, ਗੁਰਦਾਵਰ ਸਿੰਘ ਗਾਬਾ ਜੀ ਪਿੰਡ ਲੋਹਗੜ੍ਹ ਤੋਂ। ਅਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਬਹੁਤ ਵੱਡੇ ਵਧਾਈ ਦੇ ਪਾਤਰ ਨੇ ਗੁਰਦਾਵਰ ਸਿੰਘ ਗਾਬਾ ਜੀ, ਜੋ ਕਿ ਪੁੱਤਰ ਜਰਨੈਲ ਸਿੰਘ ਨੰਬਰਦਾਰ, ਵਾਸੀ ਪਿੰਡ ਲੋਹਗੜ੍ਹ ਦਾ ਸੀ। ਉਹਨਾਂ ਦਾ ਬਹੁਤ ਆਪਣੀ ਟੀਮ ਵੱਲੋਂ ਅਤੇ ਗੁਰਦੁਆਰੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ, ਅਤੇ ਜਿਨ੍ਹਾਂ ਨੇ ਇਸ ਲੰਗਰ ਦਾ ਉਪਰਾਲਾ ਕੀਤਾ। ਅੱਜ ਤਕਰੀਬਨ 4 ਤਰੀਕ ਤੋਂ ਨਿਰੰਤਰ ਲੰਗਰ ਦੀ ਸੇਵਾ ਚੱਲ ਰਹੀ ਸੀ, ਅਤੇ ਸਾਰਾ ਸੰਯੋਗ ਜੋ ਚਾਹੇ ਕਹੋ ਮਾਲੀ ਸਹਾਇਤਾ, ਔਰ ਵੈਸੇ ਵੀ ਜੋ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਸਾਨੂੰ ਜਿਹੜੀ ਸੀ, ਉਹ ਗੁਰਦਾਵਰ ਸਿੰਘ ਗਾਬਾ ਜੀ ਕਰ ਰਹੇ ਸੀਗੇ ਜੀ। ਸੋ ਤੁਹਾਡੀ 50 ਬੰਦਿਆਂ ਦੀ ਤਕਰੀਬਨ ਟੀਮ ਹੈਗੀ ਸੀ ਇੱਥੇ, ਜਿਹੜੀ ਲਗਾਤਾਰ ਲੰਗਰ ਦੇ ਵਿੱਚ ਲੱਗੀ ਹੋਈ ਸੀ। ਕੀ ਤੁਹਾਡੀਆਂ ਟੀਮਾਂ ਵੱਲੋਂ ਕੋਈ ਚਾਰਜਸ ਵੀ ਲੈ ਗਏ? ਜੇ ਗੱਲ ਕਰੀਏ ਆਪਾਂ ਹਲਵਾਈਆਂ ਦੀ, ਜਾਂ ਰੋਟੀ ਬਣਾਉਣ ਵਾਲੀਆਂ ਬੀਬੀਆਂ ਦੀ ਗੱਲ ਕਰੀਏ, ਜਾਂ ਗੱਡੀਆਂ ਦੀ ਗੱਲ ਕਰੀਏ, ਉਹ ਕੀ ਸਿਸਟਮ ਸੀਗਾ ਸਾਰਾ? ਹਾਂਜੀ ਸਰ, ਇਹਦੇ ਵਿੱਚ ਸਾਡਾ ਜਿਹੜੇ ਤਾਂ ਪਹਿਲਾਂ ਤਾਂ ਹਲਵਾਈ ਵੀਰ ਸਾਹਿਬਾਨ ਸੀਗੇ, ਉਹ ਵੀ ਬਿਲਕੁਲ ਸਾਡੀ ਫ੍ਰੀ ਸੇਵਾ ਡਿਊਟੀ ਨਿਭਾਈ ਉਹਨਾਂ ਨੇ ਵੀ, ਅਤੇ ਜਿੰਨੇ ਕੁ ਵੀ ਸਾਡੀਆਂ ਬੀਬੀਆਂ ਵੀ ਸੀਗੀਆਂ, ਇਹਨਾਂ ਨੇ ਵੀ ਬਿਲਕੁਲ ਤਨ ਮਨ ਦੇ ਨਾਲ ਸੇਵਾ ਕੀਤੀ, ਕੋਈ ਪੈਸਾ ਨਹੀਂ, ਬਿਲਕੁਲ ਸੇਵਾ ਫ੍ਰੀ ਸੇਵਾ ਕੀਤੀ। ਅਤੇ ਜਿੰਨੇ ਕੁ ਵੀ ਸਾਡੇ ਵੀਰ ਸਾਹਿਬਾਨ ਸੀਗੇ, ਸਾਰੇ ਸੇਵਾਦਾਰੇ ਨੇ। ਜੋ ਗੱਡੀਆਂ ਵੀ ਅਸੀਂ ਰੱਖੀਆਂ ਹੋਈਆਂ 2 ਹੈ ਤਾਂ ਭਾੜੇ ਵਾਲੀਆਂ, ਲੇਕਿਨ ਉਹ ਬਿਲਕੁਲ ਸੇਵਾ 'ਚ ਜਾ ਰਹੀਆਂ ਸੀ। ਸੋ ਫ੍ਰੀ ਸੇਵਾ, ਮਤਲਬ ਹਰ ਇਨਸਾਨ ਨੇ ਜਿਹੜੀ ਤਨਦੇਹੀ ਨਾਲ ਤੁਹਾਡੇ ਜਿਹੜੇ ਮੈਂਬਰ ਨੇ ਜਿਹੜੀ ਸੇਵਾ ਨਿਭਾਈ ਆ।
ਔਰ ਕਿੰਨੇ ਬੰਦਿਆਂ ਦਾ ਜਿਹੜਾ ਡੇਲੀ ਲੰਗਰ ਇੱਥੇ ਪੱਕਦਾ ਸੀ? ਇਹ ਤਕਰੀਬਨ ਜਦੋਂ ਤੋਂ ਅਸੀਂ ਲੰਗਰ ਸ਼ੁਰੂ ਕੀਤਾ ਸੀਗਾ ਇਹ 500 700 ਬੰਦੇ ਦਾ ਕੀਤਾ ਸੀ ਤੇ 1-2 ਦਿਨਾਂ ਬਾਅਦ ਬਜਟ ਵੱਧ ਅੱਜ ਸਾਡਾ ਲੰਗਰ 5000 ਤੋਂ 6000 ਤੱਕ ਬੰਦੇ ਤੱਕ ਦਾ ਲੰਗਰ ਹਰ ਰੋਜ਼ ਪੱਕ ਕੇ ਤਿਆਰ ਹੁੰਦਾ ਜੀ। ਸੋ 5-6 ਹਜ਼ਾਰ ਬੰਦੇ ਦਾ ਲੰਗਰ ਜਿਹੜਾ ਡੇਲੀ ਪਕਾਇਆ ਜਾਂਦਾ ਸੀ। ਔਰ ਗੱਲ ਕਰਦੇ ਹਾਂ ਜੇ ਆਪਾਂ ਆਟੇ ਦੀ, ਕਿੰਨਾ ਆਟਾ ਰੋਜ਼ ਲੱਗ ਜਾਂਦਾ ਸੀ? ਸਰ ਸਾਡਾ ਆਟਾ ਜਿਹੜਾ ਤਕਰੀਬਨ 3 ਕੁਆਂਟਲ ਆਟਾ ਲੱਗ ਜਾਂਦਾ ਸੀ ਤੇ 50 ਕਿਲੋ ਨਾਲ ਵਿੱਚ ਚੌਲ ਵੀ ਤੇ ਕਈ ਵੇਲੇ ਚੌਲ ਵੱਧ ਵੀ ਲੱਗ ਜਾਂਦੇ ਸੀਗੇ। ਸੋ 3 ਕੁਆਂਟਲ ਦੇ ਨੀਅਰ ਅਬਾਊਟ ਜਿਹੜਾ ਤੁਹਾਡਾ ਆਟਾ ਡੇਲੀ ਯੂਜ਼ ਹੋ ਜਾਂਦਾ ਸੀ। ਸੋ ਲੰਗਰ ਬਣਨ ਤੋਂ ਬਾਅਦ ਫਿਰ ਤੁਹਾਡੀ ਕੀ ਪ੍ਰਕਿਰਿਆ ਹੁੰਦੀ ਆ, ਕਿਸ ਤਰ੍ਹਾਂ ਤੁਸੀਂ ਜਾਂਦੇ ਆ, ਕੀ ਤੁਹਾਡੇ ਜਿਹੜੇ ਆ ਸਟੈਪ ਤੁਸੀਂ ਫੋਲੋ ਕਰਦੇ ਆ, ਕਿਉਂਕਿ ਕਰੋਨਾ ਦਾ ਵੀ ਜਿਹੜਾ ਦੌਰ ਹੈਗਾ ਆ? ਅਸੀਂ ਉਹਦੇ ਲਈ ਸਰ ਸਭ ਤੋਂ ਪਹਿਲਾਂ ਤਾਂ ਜਿੱਦਾਂ ਅਸੀਂ ਆਪਣੇ ਜਿਹੜੇ ਗਲਾਵਜ਼ ਯੂਜ਼ ਕਰਦੇ ਨੇ, ਜਿੰਨੇ ਕੁ ਵੀ ਲੰਗਰ ਵਰਤਾਉਣ ਸੇਵਾਦਾਰ ਜਾਂਦੇ ਨੇ ਉਹਨਾਂ ਨੂੰ ਗਲਾਵਜ਼ ਪਹਿਨਾਈ ਦੇ ਤੇ ਮਾਸਕ ਵੀ ਉਹਨਾਂ ਨੂੰ ਦੇ ਕੇ ਭੇਜੀਦਾ ਤੇ ਬਾਕੀ ਸੈਨਾਟਾਈਜ਼ਰ ਜਿਹੜਾ ਆ ਉਹ ਆ ਕੇ ਵੀ ਕਰਦੇ ਨੇ ਤੇ ਇੱਥੇ ਕਰਨ ਤੋਂ ਪਹਿਲਾਂ ਵੀ ਜਾਣ ਤੋਂ ਪਹਿਲਾਂ ਵੀ ਕਰਦੇ ਨੇ ਤੇ ਡਿਟੋਲ ਸਾਬਣ ਵੀ ਅਸੀਂ ਡਿਟੋਲ ਵੀ ਰੱਖਿਆ ਹੋਇਆ ਸਾਬਣ ਬਾਹਰੋਂ ਬਾਰੀ ਉਹਨਾਂ ਵੀ ਹੱਥ ਧੋਂਦੇ ਰਹਿੰਦੇ ਨੇ ਹਰ ਰੋਜ਼। ਸੋ ਜਿਹੜਾ ਇਹ ਲੰਗਰ ਬਣ ਕੇ ਕਿੱਥੇ ਤੱਕ ਜਾਂਦਾ, ਕਿੰਨੀ ਦੂਰ ਤੱਕ ਜਾਂਦਾ ਔਰ ਕਿੱਥੇ ਜਾਂਦਾ ਤੁਹਾਡਾ ਇਹ ਲੰਗਰ? ਜਿਹੜਾ ਸਭ ਤੋਂ ਪਹਿਲਾਂ ਤਾਂ ਅਪਰਾ ਨਿਵਾਸ ਸਾਰਾ ਕਵਰ ਕਰਦੇ ਆ, ਜਿੰਨੇ ਕੁ ਵੀ ਅਪਰੇ ਦੇ ਲੋਕ ਲੋੜਵੰਦ ਨੇ ਹੈਗਾ ਘੱਟੋ ਘੱਟ 3500 ਬੰਦਾ ਤਾਂ ਅਪਰੇ ਦਾ ਹੀ ਆ ਤੇ ਫਿਰ ਉਸ ਤੋਂ ਬਾਅਦ ਪਿੰਡ ਵਾਸੀ ਸੱਜਣ ਜਿੱਥੇ ਦਾਨੀ ਸੱਜਣ ਨੇ ਉੱਥੇ ਲੋਹਗੜ੍ਹ ਪਿੰਡ ਨੂੰ ਸਾਰੇ ਨੂੰ ਕਵਰ ਕਰਦੇ ਆ ਤੇ ਆਲੇ ਦੁਆਲੇ ਪਿੰਡਾਂ 'ਚੋਂ ਵੀ ਜਿੱਦਾਂ ਮੰਡੀ ਕਹਿ ਲਓ, ਚੱਕ ਕਹਿ ਲਓ ਤੇ ਛੋਕਰਾਂ ਤੋਂ ਵੀ ਇੱਦਾਂ ਲਾਗੇ ਛਾਗੇ ਪਿੰਡਾਂ 'ਚੋਂ ਵੀ ਥੋੜ੍ਹੇ ਬਹੁਤੇ ਲੋਕ ਆ ਕੇ 30-40 ਲੋਕ ਆ ਕੇ ਲੰਗਰ ਲੈ ਕੇ ਜਾਂਦੇ ਨੇ। ਸੁਲਤਾਨਪੁਰ ਤੋਂ ਵੀ ਇਸ ਪਿੰਡ ਤੱਕ ਲੰਗਰ ਲੈ ਕੇ ਜਾਂਦੇ ਨੇ। ਮਤਲਬ ਕਾਫੀ 5-7 ਕਿਲੋਮੀਟਰ 10 ਕਿਲੋਮੀਟਰ ਤੱਕ ਕਹਿ ਲਈਏ ਆਪਾਂ, ਮਤਲਬ ਜਿਹੜੇ ਪਿੰਡ ਪੈਂਦੇ ਨੇ ਉਹ ਆ ਕੇ ਲੰਗਰ ਤੁਹਾਡੇ ਕੋਲ ਲੈ ਕੇ ਜਾਂਦੇ ਰਹੇ। ਹਾਂਜੀ। ਔਰ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ ਇਸ ਲੰਗਰ ਦਾ ਜਿਹੜਾ 30 ਦਿਨ ਚੱਲਿਆ ਆ? ਔਰ ਕੋਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਇਹਦੇ ਵਿੱਚ ਤੁਹਾਨੂੰ? ਨਹੀਂ, ਮੁਸ਼ਕਲਾਂ ਦਾ ਸਾਹਮਣਾ ਦੇਖੋ ਪੈਸੇ ਕਰਕੇ ਹੁੰਦਾ, ਪੈਸੇ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਸਾਨੂੰ HDFC ਬੈਂਕ ਤੋਂ ਸਾਡੇ ਸਰਦਾਰ ਗੁਰਦਾਵਰ ਸਿੰਘ ਗਾਬਾ ਜੀ ਉਹਨਾਂ ਨੇ ਸਾਨੂੰ HDFC ਤੋਂ ਡੈਬਿਟ ਕਾਰਡ ਪ੍ਰੋਵਾਈਡ ਕਰਵਾਤਾ ਸੀ ਤੇ ਸਾਨੂੰ ਪੈਸੇ ਦੀ ਵੀ ਕੋਈ ਮੁਸ਼ਕਲ ਨਹੀਂ ਆਈ ਤੇ ਕਿਸੇ ਤਰ੍ਹਾਂ ਦਾ ਕੋਈ ਸਮਾਨ ਲਿਆਉਣ 'ਚ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ। ਤੇ ਰਾਸ਼ਨ ਜਿਹੜਾ ਲਗਾਤਾਰ ਤੁਹਾਨੂੰ ਸ਼ਹਿਰ ਵਿੱਚੋਂ ਹੀ ਮਿਲ ਜਾਂਦਾ ਸੀ ਜਾਂ ਬਾਹਰੋਂ ਵੀ ਲਿਆਉਣਾ ਪੈਂਦਾ ਸੀ? ਨਹੀਂ, ਰਾਸ਼ਨ ਸਾਨੂੰ ਤਕਰੀਬਨ ਸਬਜ਼ੀਆਂ ਵਗੈਰਾ ਤਾਂ ਅਸੀਂ ਲੁਧਿਆਣੇ ਤੋਂ ਲੈ ਕੇ ਆਉਂਦੇ ਸੀਗੇ ਤੇ ਸਾਨੂੰ ਡਿਪਟੀ ਸਾਹਿਬ ਪ੍ਰੋਵਾਈਡ ਕਰਵਾ ਦਿੰਦੇ ਸੀਗੇ ਤੇ ਬਾਕੀ ਜੋ ਕਿ ਜਿੰਨਾ ਕੁ ਵੀ ਰਾਸ਼ਨ ਦੀ ਲੋੜ ਪੈਂਦੀ ਸੀਗੀ ਸਾਨੂੰ, ਅਸੀਂ ਸਾਰਾ ਇੱਥੇ ਲੋਕਲ ਦੁਕਾਨ ਹੈਗੀ ਆ ਉੱਥੋਂ ਜਿੰਨਾ ਵੀ ਰਾਸ਼ਨ 50,000 ਦਾ, ਲੱਖ ਦਾ 25-27 ਦਿਨੀ ਚੱਕ ਕੇ ਲਿਆਉਂਦੇ ਰਹੇ ਜੀ। ਸੋ ਇਹਦੇ ਵਿੱਚ ਜਿਹੜਾ ਇੱਕ ਵੱਡਾ ਚਿਹਰਾ ਗੁਰਦਾਵਰ ਸਿੰਘ ਗਾਬਾ ਜੀ ਪਿੰਡ ਨੇੜੇ ਲੋਹਗੜ੍ਹ ਤੋਂ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਆਰੰਭਿਆ ਔਰ ਸਾਰੀ ਜਿਹੜੀ ਸੇਵਾ ਕੀਤੀ ਆ 30 ਦਿਨ ਲੋਕਾਂ ਦੀ, ਇਹਦੇ ਵਿੱਚ ਕਿਸੇ ਹੋਰ ਇਨਸਾਨ ਦਾ ਵੀ ਯੋਗਦਾਨ ਹੈਗਾ ਸੀ ਜਾਂ ਸਿਰਫ ਗੁਰਦਾਵਰ ਸਿੰਘ ਗਾਬਾ ਜੀ ਉਹਨਾਂ ਦਾ ਹੀ ਆ ਇਹ? ਨਹੀਂ ਜੀ ਨਹੀਂ, ਇਹ ਤਾਂ ਸਭ ਤੋਂ ਵੱਡੇ ਮਾਣਯੋਗ ਗੁਰਦਾਵਰ ਸਿੰਘ ਗਾਬਾ ਜੀ ਆ। ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡੇ ਮਹਾਦਾਨੀ ਜਿਨ੍ਹਾਂ ਨੂੰ ਕਿਹਾ ਜਾਂਦਾ ਆ, ਉਹ ਪਹਿਲੀ ਵਾਰੀ ਦੁਨੀਆ ਦੇ ਸਭ ਚਿਹਰੇ ਖੜੇ ਨੇ। ਇਹਨਾਂ ਨੇ ਪਹਿਲੀ ਵਾਰੀ ਐਡਾ ਵੱਡਾ ਦਾਨੀ ਸੱਜਣ ਦੇਖਿਆ ਕਿ ਜਿਹਨੇ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਰੈਗੂਲਰ 30 ਦਿਨ ਮਾ 30ਵੇਂ ਦਿਨ ਵੀ ਅੱਜ ਲੰਗਰ ਜਾਰੀ ਹੈ ਜੀ। ਸੋ ਗੁਰਦਾਵਰ ਸਿੰਘ ਗਾਬਾ ਜੀ ਹੁਣੀ ਸੀਗੇ ਜਿਨ੍ਹਾਂ ਨੇ ਜੀ ਲਗਾਤਾਰ ਜਿਹੜਾ ਆਪਣੀ ਨਿਸ਼ਕਾਮ ਸੇਵਾ 30 ਦਿਨ ਕੀਤੀ ਆ, ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਆ। ਸੋ ਬੜਾ ਲੰਬਾ ਸਫ਼ਰ ਰਿਹਾ ਇਹਨਾਂ ਦਾ, ਜਿਹੜਾ 30 ਦਿਨ ਇਹਨਾਂ ਨੇ ਲੰਗਰ ਜਿਹੜਾ ਬਣਾਇਆ ਔਰ ਬਣਾ ਕੇ ਹਰ ਲੋੜਵੰਦ ਤੱਕ ਪਹੁੰਚਾਇਆ। ਬਹੁਤ ਹੀ ਸ਼ਲਾਘਾਯੋਗ ਆਪਾਂ ਕਦਮ ਕਹਿ ਸਕਦੇ ਹਾਂ। ਕੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਆ ਸਮਾਜ ਸੇਵੀ ਸੰਸਥਾਵਾਂ ਜਾਂ ਜਥੇਬੰਦੀਆਂ ਜਾਂ ਜਿਹੜੇ ਹੋਰ ਸਰਮਾਏਦਾਰ ਲੋਕ ਆ ਉਹਨਾਂ ਨੂੰ ਵੀ ਕਰਨਾ ਚਾਹੀਦਾ ਆ, ਜਾਂ ਉਹਨਾਂ ਨੇ ਤੁਹਾਡੇ ਇਲਾਕੇ 'ਚ ਹੋਰ ਕਿਸੇ ਨੇ ਵੀ ਇਦਾਂ ਦੀ ਪਹਿਲ ਕੀਤੀ? ਹਾਂਜੀ, ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਮਨਦੀਪ ਸਿੰਘ ਗੋਰਾ, ਜੋ ਕਿ ਅਟਵਾਲ ਹਾਊਸ ਕਲੋਨੀ ਵਿੱਚ ਆਪ ਸਭ ਨੂੰ ਪਤਾ ਹੈ ਕਿ ਪਿਛਲੇ 1.5 ਮਹੀਨੇ ਤੋਂ ਲਗਾਤਾਰ ਲੋਕਾਂ ਨੂੰ ਸੁੱਕਾ ਰਾਸ਼ਨ ਪ੍ਰੋਵਾਈਡ ਕਰ ਰਹੇ ਨੇ। ਤਕਰੀਬਨ ਸਾਡੀ ਦੇਖ ਰੇਖ ਦੇ ਵਿੱਚ ਆਇਆ 8-9 ਹਜ਼ਾਰ ਲੋਕਾਂ ਨੂੰ ਜਾਣ ਕੇ ਉਹਨਾਂ ਨੇ ਰਾਸ਼ਨ ਹੁਣ ਤੱਕ ਦੇ ਦਿੱਤਾ ਆ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅੱਜ ਸਾਡੇ ਵੀ ਲੰਗਰ 'ਚ ਉਹਨਾਂ ਨੇ ਲਾ ਕੇ ਗਏ ਹਾਜ਼ਰੀ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ 5000 ਦਾ ਜਿਹੜਾ ਡੇਲੀ ਦਾ 5 ਤੋਂ 6000 ਜਿਹੜਾ ਵਿਅਕਤੀ ਰੋਜ਼ ਦਾ ਲੰਗਰ ਦਾ ਤੁਹਾਡਾ ਟਾਰਗੇਟ ਸੀਗਾ ਤੇ ਇਹ ਜਿਹੜਾ ਲੰਗਰ ਲੋਕ ਕੁਝ ਲੈ ਜਾਂਦੇ ਸੀ, ਕੁਝ ਤੁਸੀਂ ਜਾ ਕੇ ਦੇ ਕੇ ਆਉਂਦੇ ਸੀਗੇ। ਕਾਫੀ ਤੁਹਾਡੇ ਜਿਹੜਾ ਐਕਸਪੀਰੀਅੰਸ ਵੀ ਰਿਹਾ ਹੋਣਾ ਆ। ਤੁਹਾਨੂੰ ਕੁਝ ਇਦਾਂ ਦਾ ਕੋਈ ਐਕਸਪੀਰੀਅੰਸ ਹੈਗਾ ਜਿਹਦੇ ਵਿੱਚ ਲੋਕ ਨਾਰਾਜ਼ ਵੀ ਹੁੰਦੇ ਹੋਣ ਵੀ ਸਾਨੂੰ ਨਹੀਂ ਮਿਲਿਆ, ਕੁਝ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ? ਨਹੀਂ ਸਰ, ਖਾਸ ਕਰਕੇ ਇਸ ਲੰਗਰ ਦੇ ਵਿੱਚ ਬੜੀ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਕਿ ਸਾਰੇ ਲੋਕ ਜਿੰਨੇ ਵੀ ਲੋਕ ਲੰਗਰ ਲੈਂਦੇ ਸੀ ਤੇ ਬਹੁਤ ਖੁਸ਼ ਨੇ ਸਾਰੇ, ਅੱਜ ਵੀ ਖੁਸ਼ ਨੇ। ਅੱਜ ਵੀ ਤੁਸੀਂ ਦੇਖ ਵੀ ਸਕਦੇ ਬਾਹਰ ਲਾਈਨਾਂ ਲੱਗੀਆਂ ਆ।
ਸਾਰੇ ਲੋਕ ਖੁਸ਼ ਨੇ, ਚਾਹੇ ਉਹ ਪਿੰਡਾਂ ਵਿੱਚ ਅਸੀਂ ਜਾ ਕੇ ਵਰਤਾਉਂਦੇ ਸੀ ਤੇ ਚਾਹੇ ਅਸੀਂ ਆਪਣੇ ਪੂਰੇ ਨਿਵਾਸ ਦੇ ਵਿੱਚ ਵਰਤਾਇਆ ਤੇ ਉਹ ਬਹੁਤ ਸਾਰੇ ਲੋਕ ਸੰਤੁਸ਼ਟ ਨੇ, ਖੁਸ਼ ਨੇ ਸਾਰੇ ਲੰਗਰ ਲੈ ਕੇ ਸਾਰੇ। ਸਾਡੇ ਕੋਲ ਹੋਰ ਵੀ ਮੈਂਬਰ ਮੌਜੂਦ ਹੈਗੇ ਨੇ ਟੀਮ ਦੇ, ਉਹਨਾਂ ਤੋਂ ਵੀ ਜਾਣਕਾਰੀ ਲੈਣੇ ਨੇ। ਚੀਮਾ ਸਾਹਿਬ, ਕੀ ਕਹਿਣਾ ਤੁਹਾਡਾ, ਜਿਹੜਾ ਇਹ ਲਗਾਤਾਰ ਲੰਗਰ ਚੱਲਿਆ, ਤੁਸੀਂ ਵੀ ਕੁਝ ਜਾਣਕਾਰੀ ਦਿਓ। ਇਹ ਤਾਂ ਗੁਰੂ ਦੀ ਕਿਰਪਾ ਹੈ ਜੀ, ਗੁਰਦਾਵਰ ਸਿੰਘ ਜੀ ਦੀ ਕਿਰਪਾ ਹੈ, ਜਿਨ੍ਹਾਂ ਨੇ ਇੰਨਾ ਚਿਰ ਮਹੀਨਾ ਲੰਘਾਤਾ, ਲੰਗਰ ਵਧੀਆ ਚਲਾਤਾ। ਚਲੋ ਮਹਾਰਾਜ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਸੋ ਸਾਡੇ ਨਾਲ ਇਸ ਵਕਤ ਪੰਚਾਇਤ ਮੈਂਬਰ ਜਿਹੜੇ ਅਪਰਾ ਤੋਂ ਪੰਚਾਇਤ ਮੈਂਬਰ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਨੇ। ਭਾਜੀ, ਕੀ ਨਾਮ ਹੈ ਤੁਹਾਡਾ ਜੀ? ਸੋਮਨਾਥ ਜੀ। ਸੋਮਨਾਥ ਜੀ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਤੁਸੀਂ ਵੀ ਇਸ ਟੀਮ ਦੇ ਮੈਂਬਰ ਹੋ, ਜਿਹੜੀ ਤੁਹਾਡੀ ਮੈਨੇਜਮੈਂਟ ਟੀਮ ਹੈਗੀ ਆ ਲੰਗਰ ਦੀ, ਜਿਹੜੀ 30 ਦਿਨ ਤੁਸੀਂ ਚਲਾਇਆ, ਕੀ ਵਿਚਾਰਿਆ ਤੁਹਾਡਾ ਇਹਦੇ ਬਾਰੇ? ਸੱਚੇ ਪਾਤਸ਼ਾਹ ਗੋਦਾਵਰ ਸਿੰਘ ਜੀ ਤੇ ਮਿਹਰ ਕਰਨ ਤੇ ਵਿਚਾਰ ਇਹੀ ਆ ਕਿ ਇਹਨਾਂ ਨੇ ਜੋ ਉਪਰਾਲਾ ਕੀਤਾ ਜ਼ਿੰਦਗੀ ਦੇ ਵਿੱਚ, 40 ਸਾਲ ਦੀ ਉਮਰ ਹੋ ਗਈ ਆ, ਪਹਿਲੀ ਵਾਰ ਦੇਖਿਆ ਜੀ। ਜੋ ਕਰੋਨਾ ਦੀ ਭਿਆਨਕ ਬਿਮਾਰੀ ਆ, ਉਹਨੂੰ ਠੱਲ ਪਾਉਣ ਵਾਸਤੇ ਲੋਕਾਂ ਤੋਂ ਪੈਸਾ ਵੀ ਹੈ ਨਹੀਂ ਸੀਗਾ, ਠੀਕ ਆ ਜੀ। ਪੈਸੇ ਦੇ ਦੌਰ ਨੂੰ ਦੇਖਦੇ ਹੋਏ ਇਹਨਾਂ ਨੇ ਜੋ ਉਪਰਾਲਾ ਕੀਤਾ ਲੰਗਰ ਦਾ, ਬਹੁਤ ਵਧੀਆ ਜੀ। ਪਰਮਾਤਮਾ ਨੇ ਦੀ ਉਮਰ ਲੰਬੀ ਕਰੇ। ਸੋ ਮੈਨੇਜਮੈਂਟ ਕਮੇਟੀ ਜਿਹੜੀ ਲੰਗਰ ਦੀ ਸਾਡੇ ਨਾਲ ਇਸ ਵਕਤ ਮੌਜੂਦ ਸੀ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਇਹ ਨਿਸ਼ਕਾਮ ਸੇਵਾ ਗੁਰਦਾਵਰ ਸਿੰਘ ਗਾਬਾ ਲੋਹਗੜ੍ਹ ਵੱਲੋਂ ਜਿਹੜੀ ਲਗਾਤਾਰ ਕੀਤੀ ਗਈ ਆ, ਸੋ ਬਹੁਤ ਉਹਨਾਂ ਦਾ ਸਾਰੇ ਧੰਨਵਾਦ ਕਰ ਰਹੇ ਨੇ ਔਰ ਵਧਾਈ ਦੇ ਪਾਤਰ ਵੀ ਨੇ ਉਹ ਜਿਨ੍ਹਾਂ ਨੇ ਇਹ ਸਾਰੀ ਸੇਵਾ ਕੀਤੀ। ਔਰ ਇਸ ਵਕਤ ਸਾਡੇ ਨਾਲ ਇੱਕ ਹੋਰ ਵੀ ਜਿਹੜੇ ਇਹਨਾਂ ਦੀ ਟੀਮ ਦੇ ਮੈਂਬਰ ਨੇ, ਮੋਹਤਬਾਰ ਸੱਜਣ ਨੇ, ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ। ਕੀ ਨਾਂ ਹੈਗਾ ਭਾਈ ਤੁਹਾਡਾ? ਹਾਂਜੀ ਸਰ, ਮੇਰਾ ਨਾਮ ਮਨੀਸ਼ ਕੁਮਾਰ ਆਸ਼ੂ ਹੈ ਜੀ। ਮਨੀਸ਼ ਕੁਮਾਰ ਜੀ, ਤੁਸੀਂ ਵੀ ਇਸ ਟੀਮ ਦੇ ਮੈਂਬਰ ਆ, ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਜਿਸ ਤਰ੍ਹਾਂ ਤੁਹਾਡੇ ਸਾਰੀ ਟੀਮ ਨੇ ਐਕਸਪੀਰੀਅੰਸ ਦੱਸੇ ਆ, ਕਿੱਦਾਂ ਦੀਆਂ ਤੁਹਾਡੀਆਂ ਜਿਹੜਾ ਰੋਜ਼ ਕੰਮ ਕਰਨ ਦੀ ਗਤੀਵਿਧੀ ਸੀ ਔਰ ਕਿੰਨੀਆਂ ਕੁ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਸੀ? ਘਰੋਂ ਤੁਹਾਡੇ ਘਰ ਦੇ ਕਿੱਦਾਂ ਰੋਕਦੇ ਸੀ? ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ, ਇਹ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਸੀ ਕੁਝ? ਸਰ, ਕਰੋਨਾ ਵਾਇਰਸ ਕਾਰਨ ਜਿਹੜਾ ਪੂਰੇ ਦੇਸ਼ ਵਿੱਚ ਲੋਕਡਾਊਨ ਹੋਇਆ ਹੈ, ਉਹਦੇ ਕਾਰਨ ਸਾਰੇ ਲੋਕ ਵਿਹਲੇ ਘਰਾਂ ਵਿੱਚ ਬੈਠੇ ਆ। ਅਸੀਂ ਵੀ ਘਰਾਂ ਦੇ ਵਿੱਚ ਬੈਠੇ, ਅਸੀਂ ਵੀ ਵਿਹਲੇ ਸੀ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿਹੜਾ ਅਸੀਂ ਲੰਗਰ ਦੇ ਵਿੱਚ ਸੇਵਾ ਪਾਉਂਦੇ, ਆਪਣਾ ਯੋਗਦਾਨ ਪਾਉਂਦੇ, ਲੰਗਰ ਵਿੱਚ ਆਉਂਦੇ ਆ। ਤੇ ਮੈਂ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਗੁਰਦਾਵਰ ਸਿੰਘ ਯੂਕੇ, ਰੋਕੀ ਸਿੰਘ ਯੂਕੇ, ਜਿਨ੍ਹਾਂ ਨੇ ਪਿਛਲੇ 30 ਦਿਨਾਂ ਤੋਂ ਲਗਾਤਾਰ ਲੰਗਰ ਚਲਾਇਆ। ਜਿਹੜੇ ਲੋੜਵੰਦ ਪਰਿਵਾਰ ਆ ਕਈ, ਉਹ ਆਪਣਾ ਲੰਗਰ ਛਕ ਕੇ ਰਾਤ ਨੂੰ ਢਿੱਡ ਭਰ ਕੇ ਸੌਂਦੇ ਆ, ਉਹਨਾਂ ਨੂੰ ਕੋਈ ਮਤਲਬ ਮੁਸ਼ਕਲ ਨਹੀਂ ਆ ਰਹੀ ਹੈ। ਉਹਨਾਂ ਸਰਦਾਰ ਗੁਰਦਾਵਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਸੋ ਇਹ ਸਮੁੱਚੀ ਟੀਮ ਨੇ ਜਿਹੜਾ ਸਾਰਿਆਂ ਦਾ ਧੰਨਵਾਦ ਕੀਤਾ ਆ। ਅੰਤ ਦੇ ਵਿੱਚ ਸਾਡੇ ਕੋਲ ਜਿਹੜੇ ਇਸ ਟੀਮ ਦੇ ਜਿਹੜੇ ਮੋਹਤਬਾਰ ਸੱਜਣ ਨੇ, ਸਨੀ ਭਾਜੀ ਹੁਣੀ ਜਿਹੜੇ ਆ ਕੁਝ ਕਹਿਣਾ ਚਾਹੁੰਦੇ ਨੇ, ਸੋ ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਆ। ਕੀ ਕਹਿਣਾ ਚਾਹੁੰਦੇ ਭਾਈ ਤੁਸੀਂ? ਮੈਂ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਹਿਣੀ ਚਾਹੁੰਦਾ ਸੀਗਾ, ਕਿਉਂਕਿ ਨਾ ਮੇਰੀ ਇੱਕ ਦਿਨ ਜੋ ਕਿ ਗੁਰਦਾਵਰ ਸਿੰਘ ਜੀ ਲੰਗਰ ਲਗਾ ਰਹੇ ਨੇ ਨਾ, ਇਹ ਉਹਨਾਂ ਦੇ ਮਿਸਿਸ ਦੇ ਨਾਲ ਇੱਕ ਦਿਨ ਜਦੋਂ ਫੋਨ ਤੇ ਗੱਲ ਹੋਈ, ਉਸ ਦਿਨ ਤਕਰੀਬਨ 2 ਦਿਨ ਹੋਏ ਸੀ, 3 ਦਿਨ ਲੰਗਰ ਚੱਲਦੇ ਨੂੰ। ਉਹਨਾਂ ਦੀ ਆਵਾਜ਼ ਇਹ ਸੀਗੀ, ਮੈਡਮ ਜਿੰਦਰ ਕੌਰ ਫਗੂੜਾ ਦੀ, ਉਹਨਾਂ ਦੀ ਇਹ ਆਵਾਜ਼ ਸੀ ਕਿ ਮੇਰੇ ਇਲਾਕੇ ਦੇ ਸਾਡੇ ਕੋਈ ਵੀ ਪਿੰਡ ਦੇ ਵਸਨੀਕ ਰਾਤ ਨੂੰ ਭੁੱਖਾ ਨਾ ਸੌਵੇ। ਤੇ ਉਹਨਾਂ ਨੇ ਤਦ ਹੀ ਇਹ ਰਾਤ ਦਾ ਲੰਗਰ ਦਾ ਉਪਰਾਲਾ ਕੀਤਾ ਸੀ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਸਾਰੇ ਲੋਕਾਂ ਦੇ ਇੰਨਾ ਵੱਡਾ ਸੋਚੀ। ਕਿਉਂਕਿ ਲੋਕ ਤਾਂ ਅਮੀਰ ਲੋਕ ਤਾਂ ਬਹੁਤ ਨੇ ਇੱਥੇ, ਹੋਰ ਵੀ ਬਹੁਤ ਨੇ, ਤੇ ਲੋਕ 4-4 ਹਜ਼ਾਰ ਖੇਤ ਵਾਲੇ ਵੀ ਨੇ, ਤੇ ਪਰ ਐਡੀ ਵੱਡੀ ਸੋਚ ਰੱਖਦੇ ਹੋਏ ਗੁਰਦਾਵਰ ਸਿੰਘ ਗਾਬਾ ਹੀ ਆ ਜਿਨ੍ਹਾਂ ਨੇ ਅੱਜ 30 ਦਿਨ ਲੰਗਰ ਚਲਾਤਾ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੂਰੇ ਅਪਰੇ ਨਿਵਾਸ ਵੱਲੋਂ। ਸੋ ਦੋਸਤੋ, ਤੁਸੀਂ ਦੇਖਿਆ ਕਿ ਕਿੱਡੀ ਵੱਡੀ ਮਾਣ ਵਾਲੀ ਗੱਲ ਹੈਗੀ ਜਿਹੜੀ ਗੁਰਦਾਵਰ ਸਿੰਘ ਗਾਬਾ, ਜਿਹੜੇ ਸ਼ਖਸ ਇਸ ਵਕਤ ਇੰਡੀਆ ਵਿੱਚ ਮੌਜੂਦ ਨਹੀਂ ਹੈਗੇ, ਇੰਗਲੈਂਡ ਦੇ ਵਿੱਚ ਰਹਿੰਦੇ ਆ, ਔਰ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ ਔਰ 30 ਦਿਨ ਲੰਗਰ ਚੱਲਿਆ। ਲੱਖਾਂ ਹੀ ਲੋਕਾਂ ਨੇ ਲੰਗਰ ਖਾਧਾ, ਆਪਣਾ ਢਿੱਡ ਭਰਿਆ ਔਰ ਸੁੱਤੇ ਲੋਕ। ਸੋ ਬਹੁਤ ਵੱਡਾ ਉਪਰਾਲਾ ਜਿਹੜਾ ਉਹਨਾਂ ਨੇ ਕੀਤਾ ਆ, ਕਿਉਂਕਿ ਜਿੱਦਾਂ ਕਿ ਭਾਜੀ ਉਹਨਾਂ ਨੇ ਜਾਣਕਾਰੀ ਦਿੱਤੀ ਆ, ਲੋਕਾਂ ਕੋਲ ਬੜਾ ਪੈਸਾ ਆ, ਬਹੁਤ ਅਮੀਰ ਲੋਕ ਨੇ, ਪਰ ਇਦਾਂ ਦਾ ਉਪਰਾਲਾ ਕਰਨ ਵਾਲੇ ਜਿਹੜੇ ਸੂਰਮੇ ਉਹ ਬਹੁਤ ਘੱਟ ਹੁੰਦੇ ਨੇ। ਸੋ ਇੱਕ ਸੂਰਮੇ ਦੇ ਤੌਰ ਤੇ, ਇੱਕ ਕਰੋਨਾ ਵਾਰੀਅਰ ਦੇ ਤੌਰ ਦੇ ਉੱਤੇ ਜਿਹੜੇ ਸਾਬਤ ਹੋਏ ਗੁਰਦਾਵਰ ਸਿੰਘ ਗਾਬਾ ਅਪਰਾ ਇਲਾਕੇ ਵਾਸਤੇ, ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਲੱਖਾਂ ਹੀ ਲੋਕਾਂ ਨੂੰ ਜਿਹੜਾ ਲੰਗਰ ਪਕਾ ਕੇ ਉਹਨਾਂ ਦੇ ਘਰ ਤੱਕ ਪਹੁੰਚਾਇਆ। ਇੱਕ ਬਹੁਤ ਵੱਡੀ ਗੱਲ ਹੈ। ਇੱਕ ਤਾਂ ਲੰਗਰ ਜਿਹੜਾ ਲੋਕ ਲੈਣ ਆਉਂਦੇ ਨੇ, ਇੱਕ ਲੋਕਾਂ ਦੇ ਘਰਾਂ ਤੱਕ ਆਪ ਜਾ ਕੇ ਲੰਗਰ ਪਹੁੰਚਾਇਆ। ਇੱਕ ਬਹੁਤ ਵੱਡੀ ਗੱਲ ਜਿਹੜੀ ਇੱਥੇ ਸਾਹਮਣੇ ਆਈ ਆ। ਸੋ ਅਸੀਂ ਨਿਊਜ਼ 84 ਪੰਜਾਬ ਦੀ ਟੀਮ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਜਿਹੜਾ ਉਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ, ਔਰ ਵਧਾਈ ਦੇ ਪਾਤਰ ਸੱਚਮੁੱਚ ਉਹ ਜ਼ਰੂਰ ਨੇ। ਔਰ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਔਰ ਤਰੱਕੀ ਬਖਸ਼ੇ, ਤੰਦਰੁਸਤੀ ਦੇਵੇ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ। ਸੋ ਅੰਤ ਵਿੱਚ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੂੰਗਾ ਵੀ ਗੁਰਦਾਵਰ ਸਿੰਘ ਗਾਬਾ ਵਰਗੇ ਲੋਕ ਸਾਨੂੰ ਬਣਨ ਦੀ ਲੋੜ ਆ, ਤਾਂ ਜੋ ਗਰੀਬ ਲੋਕਾਂ, ਆਮ ਲੋਕਾਂ ਦੇ ਹੱਕਾਂ ਲਈ ਜਾਂ ਉਹਨਾਂ ਦੀ ਰੋਜੀ ਰੋਟੀ ਮਾੜੇ ਟਾਈਮ ਦੇ ਵਿੱਚ ਉਹਨਾਂ ਲਈ ਜਿਹੜਾ ਕੋਈ ਕੰਧ ਵਾਂਗੂ ਉਹਨਾਂ ਦੀ ਬਾਂਹ ਫੜ ਕੇ ਖੜਿਆ ਜਾਵੇ। ਹਾਂਜੀ, ਹੁਣ ਤੁਹਾਡੀ ਅਸੀਂ ਉਹਨਾਂ ਮੁੰਡਿਆਂ ਨਾਲ, ਨੌਜਵਾਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਔਰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜਿਹੜੇ
1 ਮਹੀਨੇ ਤੋਂ ਚੱਲ ਰਹੇ ਲੰਗਰ ਨੂੰ ਲਗਾਤਾਰ ਜਿਹੜੇ ਸੇਵਾਵਾਂ ਨਿਭਾ ਰਹੇ ਨੇ, ਗੱਡੀਆਂ ਵਿੱਚ ਭਰ ਕੇ ਜਿਹੜੇ ਨਾਲ ਦੇ ਲਾਗਲੇ ਪਿੰਡਾਂ ਤੱਕ ਜਾਂਦੇ ਆ। ਸੋ ਸਾਡੇ ਨਾਲ ਮੌਜੂਦ ਉਹ ਟੀਮ ਖੜੀ ਆ ਜਿਹੜੀ ਗੱਡੀਆਂ ਵਿੱਚ ਲੰਗਰ ਲੈ ਕੇ ਜਾਂਦੀ। ਸੋ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿੱਦਾਂ ਦਾ ਉਹਨਾਂ ਦਾ ਇਹ ਸਫ਼ਰ ਰਿਹਾ ਔਰ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਜਜ਼ਬਾ ਸੀ ਇਸ ਲੰਗਰ ਨੂੰ ਲੈ ਕੇ, ਸੇਵਾ ਨੂੰ ਲੈ ਕੇ। ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ। ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ। ਹਾਂਜੀ ਭਾਈ, ਜਿਹੜਾ ਇਹ ਲੰਗਰ ਚੱਲਿਆ ਲਗਾਤਾਰ 30 ਦਿਨ ਲੰਗਰ ਚੱਲਿਆ ਔਰ ਤੁਸੀਂ ਲਗਾਤਾਰ ਜਿਹੜੀ ਸੇਵਾ ਕੀਤੀ ਆ, ਜਾਣਕਾਰੀ ਦਿਓ ਕੀ ਤੁਸੀਂ ਇਹਦੇ ਵਿੱਚ ਕੋਈ ਨਿਸ਼ਕਾਮ ਸੇਵਾ ਸੀ ਤੁਹਾਡੀ ਜਾਂ ਕੋਈ ਫੀਸ ਜਾਂ ਤੁਸੀਂ ਆਪਣਾ ਕੁਝ? ਕੋਈ ਫੀਸ ਨਹੀਂ ਸੀ, ਸਾਰੀ ਇਦਾਂ ਹੀ ਸੇਵਾ ਕਰ ਰਹੇ ਹਾਂ ਜੀ। 30 ਦਿਨ ਦੇ ਹੀ ਸੇਵਾ ਕਰ, ਕੋਈ ਪੈਸਾ ਨਹੀਂ, ਕੋਈ ਲੈਣ ਨਹੀਂ ਦੇਣੀ। ਜਿੱਦਾਂ ਉਹ ਭਾਜੀ ਭਈ ਰਹੇ ਪੈਸੇ ਜੀ, ਅਸੀਂ ਗਾਹਾਂ ਸਮਾਨ ਲਿਆ ਕੇ ਸਪਲਾਈ ਵੰਡੀ ਜਾਂਦੇ ਲੰਗਰ। ਜੀ। ਕੋਈ ਵੀ ਇੱਕ ਪੰਜੀ ਦਾ ਪੈਸਾ ਨਹੀਂ ਕਿਸੇ ਤੋਂ ਲਿਆ। ਸੋ ਫ੍ਰੀ ਸੇਵਾ। ਕਿੱਦਾਂ ਸਿਸਟਮ ਸੀਗਾ ਬਣਾਇਆ ਤੁਸੀਂ? ਹਰ ਰੋਜ਼ ਕਿੰਨੇ ਕੁ ਪਿੰਡਾਂ 'ਚ ਜਾਂਦੇ ਸੀ ਔਰ ਕਿੰਨੇ ਤੁਸੀਂ ਮੁੰਡੇ ਹੈਗੇ ਤੁਹਾਡੀ ਟੀਮ 'ਚ ਜਿਹੜੇ ਇਹਨੂੰ ਤੁਸੀਂ ਮਤਲਬ ਜਿਹੜਾ ਖਾਣਾ ਇੱਥੋਂ ਭਰ ਕੇ ਪਿੰਡਾਂ ਤੱਕ ਜਾਂਦੇ? ਕਿੰਨੇ ਮੈਂਬਰ ਹੈਗੇ ਸੀ ਤੁਹਾਡੀ ਟੀਮ ਦੇ? 14-15 ਜਣੇ ਆ ਜੀ ਮੁੰਡੇ, ਜੀ, ਤੇ 15-16 ਸਾਡੀ ਬੀਬੀਆਂ ਆ ਜਿਹੜੀਆਂ ਲੰਗਰ ਬਣਾ ਲੰਗਰੀਆਂ। 2 ਜਣੇ ਸਾਡੇ ਮੇਨ ਬੰਦੇ ਜਿਹੜੇ ਸਮਾਨ ਲਿਆ ਸਾਨੂੰ ਦੇਈ ਜਾਂਦੇ ਆ, ਤੇ 3 ਜਣੇ ਤੇ ਉਹ ਗਾਹਾਂ ਦੇਈ ਜਾਂਦੇ। ਅਸੀਂ ਹਲਵਾਈਆਂ ਦੇ ਨਾਲ ਸੇਵਾ ਨਾਲ ਕਟਿੰਗ ਸਵੇਰ ਤੋਂ ਸ਼ੁਰੂ ਕਰ ਦਿੰਦੇ ਆ। ਹਲਵਾਈ 3 ਭਰਾ ਸਾਡੇ ਬਣਾ ਕੇ ਤੋਰਦੇ ਸਾਨੂੰ, ਤੇ ਅਸੀਂ ਹਲੇ ਇਕੱਲੇ ਪਿੰਡ ਦੇ ਵਿੱਚ ਘੁੰਮਦੇ ਉੱਥੇ ਆਪਣੇ ਆਪਰੇ ਸ਼ਹਿਰ ਦੇ ਵਿੱਚ ਸਾਰੇ। ਤੇ ਇੱਕ ਲੋਹਗੜ੍ਹ ਪਿੰਡ ਹੈ ਜੀ, ਜਿਹੜਾ ਮਾਲਕ ਨੇ ਪੈਸੇ ਭੇਜ ਰਿਹਾ, ਉਹਦੇ ਪਿੰਡ ਅਸੀਂ ਸਾਰੇ ਲੰਗਰ ਵਰਤਾ ਰਹੇ ਹਾਂ। ਤੇ ਆਪਰੇ ਸਾਰੇ ਟੋਟਲੇ ਕਲੋਨੀਆਂ ਦੇ ਵਿੱਚ, ਛੋਟੇ ਝੁੱਗੀਆਂ ਦੇ ਵਿੱਚ, ਸਾਰੇ ਪਾਸੇ ਅਸੀਂ ਲੰਗਰ ਦੇ ਰਹੇ ਹਾਂ। ਕੋਈ ਇਹੋ ਜਿਹਾ ਇਨਸਾਨ ਨਹੀਂ ਵੀ ਜਿਹੜਾ ਕਹਿੰਦਾ ਸਾਡੇ ਕੋਲ ਲੰਗਰ ਨਹੀਂ ਪਹੁੰਚਿਆ। ਹਰ ਇਕੱਲੇ ਨੂੰ ਠਾਲ ਕੇ ਵੀ ਝੁੱਗੀਆਂ ਦੇ ਵਿੱਚੋਂ ਅਸੀਂ ਲੰਗਰ ਦਿੰਦੇ ਉਹਨਾਂ ਨੂੰ। ਸੋ ਤੁਸੀਂ ਵੀ ਦੱਸੋ ਵੀਰ ਜੀ, ਕੀ ਨਾਮ ਤੁਹਾਡਾ? ਮਲਕੀਤ। ਮਲਕੀਤ ਭਾਜੀ, ਕਿੱਦਾਂ ਤੁਸੀਂ ਜਿਹੜਾ ਇਹ ਰੋਜ਼ ਲੰਗਰ ਦੀ ਸੇਵਾ ਕਰਦੇ ਨਾਲ ਸਾਰੀ ਟੀਮ ਦੇ ਇਕੱਠੇ ਹੋ ਕੇ, ਕਿੱਦਾਂ ਲੱਗਦਾ ਤੁਹਾਨੂੰ ਜਦੋਂ ਇਹ ਸੇਵਾ ਕਰਦੇ ਆ? ਕੀ ਖਿਆਲ ਆਉਂਦਾ ਦਿਲ ਦੇ ਵਿੱਚ ਜਾਂ ਕਿੱਦਾਂ ਫੀਲ ਹੁੰਦਾ ਤੁਹਾਨੂੰ? ਬਹੁਤ ਖੁਸ਼ੀ ਹੁੰਦੀ ਹੈ। ਖਿਆਲ ਜੀ ਇਹੀ ਆ ਰਿਹਾ ਕਿ ਬਹੁਤ ਖੁਸ਼ੀ ਹੋ ਰਹੀ ਆ ਜਿਸ ਬੰਦੇ ਨੇ ਲੰਗਰ ਚਲਾਇਆ। ਮਾਲਕ ਉਹਨਾਂ ਨੂੰ ਬਹੁਤ ਤਰੱਕੀਆਂ ਬਖਸ਼ੇ। ਲੰਗਰ ਜਿੰਨਾ ਚਿਰ ਵੀ ਚੱਲ ਰਿਹਾ ਉਨਾ ਚਿਰ ਹੀ ਚੱਲਦਾ ਰਹੇ, ਜਿੰਨਾ ਦਿਨ ਲੋਕਡਾਊਨ ਲੱਗਾ ਹੈ। ਲੰਗਰ ਹਰੇਕ ਘਰ ਘਰ ਜਾ ਰਿਹਾ ਹੈ, ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ। ਔਰ ਤੁਹਾਨੂੰ ਮਤਲਬ ਜਿੱਦਾਂ ਲੰਗਰ ਜਿੱਦਾਂ ਤੁਸੀਂ ਰੋਜ਼ ਲੈ ਕੇ ਜਾਂਦੇ ਆ, ਕੋਈ ਪ੍ਰੋਬਲਮਾਂ ਵੀ ਆਉਂਦੀਆਂ ਜਾਂ ਕਿਸੇ ਤਰ੍ਹਾਂ ਦੀਆਂ, ਜਾਂ ਪੁਲਿਸ ਵੱਲੋਂ ਜਾਂ ਹੋਰ ਲੋਕਾਂ ਵੱਲੋਂ, ਜਾਂ ਕਿਸੇ ਨੂੰ ਨਹੀਂ ਮਿਲਦਾ ਕੁਛ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ? ਨਹੀਂ ਜੀ, ਇਦਾਂ ਦੀ ਗੱਲ ਕੋਈ ਨਹੀਂ ਸਾਹਮਣੇ ਆਉਂਦੀ ਹੈਗੀ। ਕੋਈ ਨਹੀਂ, ਸਾਨੂੰ ਪ੍ਰਸ਼ਾਸਨ ਪੁਲਿਸ ਤੰਗ ਕਰਦੀ ਕੋਈ ਨਹੀਂ। ਠੀਕ ਹੈ ਜੀ। ਔਰ ਲਗਾਤਾਰ ਜਿਹੜਾ ਇਹ ਲੰਗਰ ਆ ਕਿੰਨੇ ਕੁ ਪਰਿਵਾਰਾਂ ਤੱਕ ਰੋਜ਼ ਪਹੁੰਚਦਾ ਭਾਜੀ? ਕਿੰਨੇ ਕੁ ਪਿੰਡਾਂ 'ਚ ਤੁਸੀਂ ਜਾਂਦੇ ਇੱਥੋਂ? ਮਤਲਬ ਤੁਸੀਂ ਅੱਪਰੇ ਤੋਂ ਕਿੰਨੇ ਪਿੰਡ ਹੈਗੇ ਨੇੜੇ ਨੇੜੇ ਜਿੱਥੇ ਤੁਸੀਂ ਲੈ ਕੇ ਜਾਂਦੇ ਰੋਜ਼ ਲੰਗਰ? ਆਪਣੇ ਲੋਹਗੜ੍ਹ ਚੀਮਿਆਂ, ਲੋਹਗੜ੍ਹ, ਅਪਰਾ, ਜਿੱਦਾਂ ਲਾਗੇ ਆਪਣੇ ਚੱਕ ਸਾਬੋ, ਆ ਝੁੱਗੀਆਂ ਹੋ ਗਈਆਂ, ਮੰਡੀ ਹੋ ਗਿਆ, ਹਰੇਕ ਪਿੰਡਾਂ 'ਚ ਆਉਂਦਾ ਲੰਗਰ ਜੀ। ਯਾਨੀ ਕਿ ਕਹਿ ਸਕਦੇ ਆ ਵੀ 10 ਕੁ ਪਿੰਡਾਂ ਦੇ ਵਿੱਚ ਜਿਹੜਾ ਰੋਜ਼ ਤੁਸੀਂ ਲੰਗਰ ਲੈ ਕੇ ਜਾਂਦੇ ਹੈਗੇ ਆ। ਠੀਕ ਹੈ ਜੀ। ਔਰ ਲੰਗਰ ਲਿਜਾਣ ਤੋਂ ਪਹਿਲਾਂ ਕੀ ਸਿਸਟਮ ਹੁੰਦਾ ਆ? ਗੱਡੀਆਂ 'ਚ ਮਾਲ ਤੁਸੀਂ ਜਦੋਂ ਬਣ ਜਾਂਦਾ ਆ ਲੋਡ ਕਰਦੇ ਆ, ਉਹਦੇ ਨਾਲ ਫਿਰ ਮਤਲਬ ਤੁਸੀਂ ਗੱਡੀਆਂ ਇੱਥੇ ਮੂਹਰੇ ਲਾ ਕੇ ਜਿੱਦਾਂ ਵੀ ਸਾਰਾ ਅਰੇਂਜਮੈਂਟ ਕਰਦੇ ਆ, ਸਾਰੀ ਤੁਹਾਡੀ ਟੀਮ ਆਪ ਖੁਦ ਕਰਦੀ ਸਾਰਾ ਕੁਝ? ਮੁੰਡੇ ਕਰਦੇ। ਔਰ ਪ੍ਰੀਕਾਸ਼ਨ ਦਾ ਕੀ ਧਿਆਨ ਰੱਖਦੇ ਆ ਕਰੋਨਾ ਵਾਇਰਸ ਕਰਕੇ? ਕਰੋਨਾ ਬਾਰੇ ਕਰਦੇ, ਮਾਸਕ ਰੱਖਦੇ ਆ, ਮਾਸਕ ਪਾ ਕੇ ਰੱਖਦੇ ਜੀ, ਗਲਾਵਜ਼ ਸਾਰਾ ਕੁਝ ਪਾ ਕੇ ਰੱਖਦੇ, ਸੇਫਟੀ ਆਪਣੀ ਪੂਰੀ ਰੱਖਦੇ ਆ। ਜੋ ਕੋਈ ਲੰਗਰ ਲੈਣ ਵੀ ਆਉਂਦਾ 1 ਮੀਟਰ ਦੀ ਦੂਰੀ ਤੇ ਬਣਾ ਕੇ ਹਰੇਕ ਨੂੰ ਲੰਗਰ ਦਿੰਦੇ ਆ ਜੀ। ਹਾਂਜੀ। ਪਿੰਡਾਂ ਦੇ ਵਿੱਚ ਜਿੱਦਾਂ ਦੇਖਿਆ ਜਾਂਦਾ ਆ ਕੁਝ ਲੋਕ ਜਿਹੜੇ ਰਹਿ ਜਾਂਦੇ ਆ, ਕੋਈ ਇਦਾਂ ਦੇ ਲਾਂਭੇ ਜੇ ਤਾਂ ਨਹੀਂ ਮਿਲਦੇ ਵੀ ਜਿਹੜੇ ਲੰਗਰ ਵਰਤਾਉਂਦੇ ਸੀ ਸਾਨੂੰ ਮਿਲਿਆ ਨਹੀਂ ਜਾਂ ਇਦਾਂ ਰਹਿ ਗਏ, ਕੁਝ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ? ਨਹੀਂ ਭਾਈ, ਲਾਂਬੇ ਵਾਲੀ ਕੋਈ ਗੱਲ ਨਹੀਂ। ਹਰੇਕ ਦੇ ਘਰ ਹਰੇਕ ਇੱਦਾਂ ਲਾਈਨ 'ਚ ਆਪੇ ਲੱਗ ਜਾਂਦੇ ਭਾਈ ਆਣ ਕੇ, ਜਾਂ ਲੰਗਰ ਸਾਰੇ ਲੈ ਕੇ ਆਉਂਦੇ ਆ। ਹਰੇਕ ਜਿਹਨੂੰ ਨਹੀਂ ਮਿਲਦਾ ਉਹਦੇ ਘਰੇ ਫੜਾ ਕੇ ਆਈਦਾ। ਫੋਨ ਕਰ ਦਿੰਦੇ, ਨੰਬਰ ਸਾਡੇ ਉੱਤੇ ਲਿਖੇ ਆ, ਤੇ ਉਹ ਫੋਨ ਕਰ ਦਿੰਦੇ, ਅਸੀਂ ਹਰੇਕ ਦੇ ਘਰ ਫੜਾ ਕੇ ਆਈਦਾ ਲੰਗਰ। ਸੋ ਕਿੱਦਾਂ ਦਾ ਰਿਹਾ ਜੀ ਤੁਹਾਡਾ ਇਹ ਸਫ਼ਰ ਜਿਹੜਾ 30 ਦਿਨ ਦਾ ਤੁਸੀਂ ਲੰਗਰ ਦਾ ਜਿਹੜਾ ਚਲਾਇਆ ਸੀ, ਲੰਗਰ ਵਰਤਾਇਆ, ਨਿਸ਼ਕਾਮ ਸੇਵਾ ਕੀਤੀ ਆ? ਕਿੰਨਾ ਕੁ ਤੁਹਾਨੂੰ ਮਤਲਬ ਕਿੱਦਾਂ ਦਾ ਫੀਲ ਹੋ ਰਿਹਾ ਜਿਹੜਾ ਤੁਸੀਂ ਬੜਾ ਸ਼ਲਾਘਾ ਜੋ ਕੰਮ ਕੀਤਾ? ਗੱਲ ਇਦਾਂ ਹੈ ਵੀ ਸਾਨੂੰ ਤਾਂ ਬੜੀ ਖੁਸ਼ੀ ਹੋ ਰਹੀ ਆ। ਸਾਡੇ ਜਿਹਨੇ ਪ੍ਰਬੰਧਕ ਸੇਵਾਦਾਰ ਮੁੰਡੇ ਸਾਰੇ ਹੀ ਆ, ਨੱਠ ਕੇ ਕੰਮ ਕਰਦੇ। 6 ਵਜੇ ਉੱਠ ਕੇ ਬੀਬੀਆਂ ਇੱਥੇ ਆ ਜਾਂਦੀਆਂ, ਮੁੰਡੇ ਵੀ ਨਾਲੇ ਆ ਜਾਂਦੇ ਆ। ਅਸੀਂ ਸਾਰੇ ਅੱਧਾ ਘੰਟਾ ਭਾਵੇਂ ਲੇਟ ਆ ਜਾਈਏ, ਹਲਵਾਈ ਵੀ ਨਾਲੇ ਜਾਂਦੇ, ਬਰੋਬਰ ਕਟਿੰਗ ਸਾਰੀ ਚੱਲਦੀ ਰਹਿੰਦੀ ਹੈ ਜੀ। ਠੀਕ ਹੈ ਜੀ। ਉਸ ਟਾਈਮ ਹੀ ਜਦੋਂ ਹਲਵਾਈਆਂ ਨੂੰ ਅਸੀਂ ਕਹਿ ਦਈਦਾ ਵੀ ਸਾਨੂੰ ਕੁਝ ਖਾਣ ਨੂੰ ਦਿਓ, ਚਾਹ ਪਾਣੀ ਸਾਨੂੰ ਵੀ ਮਿਲਦਾ। ਖੁਸ਼ੀ ਬਹੁਤ ਹੋ ਰਹੀ ਹੈ ਵੀ ਗਰੀਬਾਂ ਨੂੰ ਸਰਦਾ ਆ। ਇੱਦਾਂ ਨਹੀਂ ਵੀ ਕੋਈ ਸਾਨੂੰ ਘਰ ਦੇ ਵਿੱਚੋਂ ਇਕੱਲਾ ਉੱਠ ਕੇ ਜੇ ਕਿਤੇ ਰਾਤ ਨੂੰ ਆ ਵੀ ਜਾਵੇ ਵੀ ਮੈਨੂੰ ਨਹੀਂ ਮਿਲੀ, ਜਿੰਨਾ ਕੁ ਹੁੰਦਾ ਸਾਡੇ ਕੋਲ ਸਮਾਨ ਉਹਨੂੰ ਵੀ ਅਸੀਂ ਪਹੁੰਚਾਉਂਦੇ ਹਾਂ। ਠੀਕ ਹੈ। ਸਮਾਨ ਦੀ ਕੋਈ ਘਾਟ ਨਹੀਂ ਰੱਖੀ। ਇਕੱਲੇ ਘਰ ਦੇ ਵਿੱਚ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਇਹ ਝੁੱਗੀਆਂ ਤੋਂ ਠਾਲ ਕੇ ਵੀ ਦਿੰਦੇ ਆ, ਤੇ ਜਾਂ ਬਜਾਨੇ ਝੁੱਗੀਆਂ ਦੇ ਵਿੱਚ ਰਹਿੰਦੇ ਅਸੀਂ ਦੂਰ 1 ਮੀਟਰ ਦੇ ਵਿੱਚ ਦੂਰੀ ਬਣਾ ਕੇ ਹਰ ਇੱਕ ਨੂੰ ਅਸੀਂ ਲੰਗਰ ਪਹੁੰਚਾਇਆ। ਕੋਈ ਇਹੋ ਜਿਹਾ ਇਨਸਾਨ ਨਹੀਂ ਜਿਹੜਾ ਕਹਿੰਦਾ ਸਾਨੂੰ ਲੰਗਰ ਨਹੀਂ ਮਿਲਿਆ। ਸੋ ਇਹ ਉਹ ਟੀਮ ਸੀਗੀ ਜੀ ਜਿਹੜੀ ਲਗਾਤਾਰ ਗੱਡੀਆਂ ਦੇ ਵਿੱਚ ਜਿਹੜਾ ਲੰਗਰ ਲੋਡ ਕਰਦੀ ਆ, ਔਰ ਲੋਡ ਕਰਨ ਤੋਂ ਬਾਅਦ ਨੇੜਲੇ ਪਿੰਡਾਂ ਤੱਕ ਜਿਹੜਾ ਲੰਗਰ ਇਹਨਾਂ ਵੱਲੋਂ ਪਹੁੰਚਾਇਆ ਜਾਂਦਾ ਆ। ਔਰ ਡੋਰ ਟੂ ਡੋਰ ਜਾਂ ਇੱਕ ਜਗ੍ਹਾ ਖੜੇ ਹੋ ਕੇ ਇਹ ਜਿਹੜਾ ਆਪਣਾ ਲੰਗਰ ਦੀ ਪ੍ਰਕਿਰਿਆ ਸ਼ੁਰੂ ਕਰਦੇ ਆ, ਔਰ ਲੋਕ ਜਿਹੜਾ ਡਿਸਪਲਨ ਦੇ ਵਿੱਚ ਪੂਰੀ ਦੂਰੀ ਬਣਾ ਕੇ ਜਿਹੜਾ ਇਹ ਲੰਗਰ ਲੈਂਦੇ। ਹਾਂਜੀ, ਹੁਣ ਪਹਿਲਾਂ ਤਾਂ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਉਸ ਟੀਮ ਨਾਲ ਕਰਵਾਈ ਹੈ ਜਿਹੜੀ ਲੰਗਰ ਲੋਡ ਕਰਕੇ ਪਿੰਡਾਂ ਤੱਕ ਪਹੁੰਚਾਉਂਦੀ ਸੀ। ਹੁਣ ਇਸ ਵਕਤ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ
ਸਤਿਕਾਰਯੋਗ ਮਾਤਾਵਾਂ ਮੈਂ ਕਹੂੰਗਾ, ਜਿਨ੍ਹਾਂ ਨੇ 30 ਦਿਨ ਲਗਾਤਾਰ ਜਿਹੜੀ ਸੇਵਾ ਕੀਤੀ ਆ, ਨਿਸ਼ਕਾਮ ਸੇਵਾ ਕੀਤੀ ਆ। ਔਰ 30 ਦਿਨ ਜਿਹੜਾ ਇਹਨਾਂ ਨੇ ਲਗਾਤਾਰ ਕੁਆਂਟਲਾਂ ਦੇ ਹਿਸਾਬ ਨਾਲ ਜਿਹੜਾ ਆਟਾ ਗੁੰਨ ਕੇ ਉਹਨਾਂ ਦੀਆਂ ਰੋਟੀਆਂ ਬਣਾਈਆਂ, ਔਰ ਉਹ ਰੋਟੀਆਂ ਬਣਨ ਤੋਂ ਬਾਅਦ ਜਿਹੜਾ ਲੋਕਾਂ ਦੇ ਮੂੰਹਾਂ ਤੱਕ ਗਈਆਂ। ਸੋ ਇੱਕ ਬਹੁਤ ਵੱਡੀ ਜਿਹੜੀ ਮਿਸਾਲ ਇਹਨਾਂ ਨੇ ਪੈਦਾ ਕੀਤੀ ਆ। ਸਾਡੇ ਕੋਲ ਮੌਜੂਦ ਨੇ ਉਹ ਮਾਤਾਵਾਂ ਜਿਨ੍ਹਾਂ ਨੇ 30 ਦਿਨ ਇਹ ਸੇਵਾ ਕੀਤੀ ਆ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰੀਆਂ ਮਾਤਾਵਾਂ ਨੂੰ ਮੇਰੇ ਵੱਲੋਂ। ਪਹਿਲਾਂ ਤਾਂ ਮੈਨੂੰ ਮਾਤਾ ਜੀ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਨਿਰਮਲਾ ਦੇਵੀ ਹੈ ਜੀ। ਨਿਰਮਲਾ ਦੇਵੀ। ਮਾਤਾ ਜੀ ਤੁਸੀਂ 30 ਦਿਨ ਇੱਥੇ ਸੇਵਾ ਕੀਤੀ ਆ, ਕਿੱਦਾਂ ਦਾ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਆ? 30 ਦਿਨ ਤੁਸੀਂ ਲਗਾਤਾਰ ਜਿਹੜਾ ਕੁਆਂਟਲਾਂ ਦੇ ਹਿਸਾਬ ਨਾਲ ਆਟਾ ਗੁੰਨ ਕੇ ਰੋਟੀਆਂ ਬਣਾਈਆਂ। ਕੀ ਤੁਸੀਂ ਇਹਨਾਂ ਦੀ ਕੋਈ ਸੇਵਾ ਵੀ ਲਈ ਆ ਪੈਸਿਆਂ ਵੱਲੋਂ? ਨਹੀਂ, ਅਸੀਂ ਪੈਸਾ ਲੋ ਕੋਈ ਸੇਵਾ ਨਹੀਂ ਲਈ, ਅਸੀਂ ਤਾਂ ਉੱਦਾਂ ਹੀ ਸੇਵਾ ਕਰਦੇ ਹਾਂ ਗੁਰੂ ਘਰ ਦੇ ਵਿੱਚ। ਚਲੋ ਇਹ ਗੱਲ ਵੀ ਜਾਣਨੀ ਜ਼ਰੂਰੀ ਸੀ। ਮੈਂ ਚਲੋ ਸੇਵਾ ਕਹੀ ਸੀ, ਪਰ ਇਹਨਾਂ ਤੋਂ ਵੀ ਆਪਾਂ ਜਾਣਨਾ ਜ਼ਰੂਰੀ ਸੀ। ਜਿਹੜਾ ਇਹ ਲਗਾਤਾਰ ਤੁਸੀਂ ਸੇਵਾ ਕੀਤੀ ਆ, 30 ਦਿਨ ਲੰਗਰ ਬਣਾਇਆ, ਔਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਜਾਂ ਤੁਹਾਡੇ ਜਿੱਦਾਂ ਕਿ ਕਰੋਨਾ ਨੂੰ ਲੈ ਕੇ ਤੁਹਾਡੇ ਘਰ ਵੱਲੋਂ ਕਿੱਦਾਂ ਦਾ ਐਕਸਪੀਰੀਅੰਸ? ਤੁਹਾਡੇ ਘਰ ਵਾਲਿਆਂ ਨੇ ਕਿਹਾ ਨਹੀਂ ਵੀ ਤੁਸੀਂ ਨਾ ਜਾਓ, ਬਾਹਰ ਖਤਰਾ ਆ, ਡਰ ਆ, ਇਹ ਗੱਲਾਂ ਦਾ ਕਿੱਦਾਂ ਸੀ? ਪਰ ਕਹਿੰਦੇ ਸੀ, ਪਰ ਅਸੀਂ ਨਹੀਂ ਗਏ। ਸਾਨੂੰ ਬਹੁਤ ਵਧੀਆ ਲੱਗਾ, ਲੋਕਾਂ ਲਈ ਮੂੰਹ ਵਿੱਚ ਪੈਂਦਾ ਲੰਗਰ, ਇੰਨੀ ਸੰਗਤ ਵਿੱਚ ਲੰਗਰ ਪੈਂਦਾ, ਸਾਨੂੰ ਬਹੁਤ ਵਧੀਆ ਲੱਗਾ। ਅਸੀਂ ਨਹੀਂ ਮੰਨਿਆ ਕਿਸੇ ਦਾ ਕਹਿਣਾ, ਅਸੀਂ ਲੰਗਰ ਪਕਾਇਆ। ਤੁਸੀਂ ਮਤਲਬ ਆਪਣੀ ਲਗਾਤਾਰ ਸੇਵਾ ਕਰਦੇ ਨੇ। ਤੁਸੀਂ ਦੱਸੋ ਜੀ, ਤੁਸੀਂ ਜਿਹੜਾ ਲਗਾਤਾਰ ਨਾਲ ਇੱਥੇ ਸੇਵਾਵਾਂ ਨਿਭਾ ਰਹੇ ਸੀ ਲੰਗਰ ਦੀਆਂ, ਕਿੱਦਾਂ ਤੁਹਾਡੇ ਘਰ ਵੱਲੋਂ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਸੀ ਵੀ ਤੁਸੀਂ ਨਾ ਜਾਓ, ਕਰੋਨਾ ਆ, ਡਰ ਆ, ਖਤਰਾ ਆ? ਨਹੀਂ ਜੀ, ਕੋਈ ਗੱਲਬਾਤ ਨਹੀਂ ਹੁੰਦੀ ਸੀ। ਅਗਲੇ ਦਿਨ ਸੇਵਾ ਕਰੋ, ਬਹੁਤ ਵਧੀਆ ਆ। ਸੋ ਕਿੱਦਾਂ ਲੱਗਾ ਤੁਹਾਨੂੰ ਸੇਵਾ ਕਰਕੇ? ਜਿਹੜਾ ਤੁਸੀਂ ਇੰਨੇ ਦਿਨ ਸੇਵਾ ਕੀਤੀ ਆ, ਕਿੱਦਾਂ ਦਾ ਲੱਗਾ? ਕਿੱਦਾਂ ਦਾ ਤੁਹਾਡਾ ਮਾਈਂਡ, ਮਤਲਬ ਕੀ ਫੀਲ ਹੋਇਆ ਤੁਹਾਨੂੰ ਜਿਹੜੀ ਤੁਸੀਂ ਇੰਨੀ ਲਗਾਤਾਰ ਸੇਵਾ ਕੀਤੀ? ਸਾਨੂੰ ਬਹੁਤ ਖੁਸ਼ੀ ਹੋਈ ਆ। ਅਸੀਂ ਸੇਵਾ ਕੀਤੀ, ਅਸੀਂ ਕਰਦੇ ਆ। ਗਾਬੇ ਭਾਜੀ, ਗਰਦਾਵਰ ਭਾਜੀ ਹੁਣੀ ਸੇਵਾ ਫੜੀ ਆ, ਅਸੀਂ ਉਹਨਾਂ ਦੇ ਮਗਰ ਲੱਗ ਕੇ ਸੇਵਾ ਕੀਤੀ ਆ। ਸਾਨੂੰ ਬਹੁਤ ਵਧੀਆ ਲੱਗਾ। ਚਲ ਸਾਨੂੰ ਸੇਵਾ ਗਰਦਾਵਰ ਭਾਜੀ, ਸਾਡੇ ਬੱਚਿਆਂ ਨਾਲ ਗੱਲ ਹੋਈ ਵੀ ਮੈਂ ਲੰਗਰ ਲਾਉਣਾ ਚਾਹੁੰਦਾ ਆ, ਵੀ ਸਨੀ ਸੇਵਾਦਾਰ ਕਿੱਦਾਂ ਆਪਾਂ ਕਿੱਦਾਂ ਵੀ ਲਾਵਾਂਗੇ। ਸਨੀ ਕਹਿੰਦਾ ਸੇਵਾ ਸਾਰੇ ਕਰੂਗੇ, ਅੰਕਲ ਜੀ ਫ੍ਰੀ ਸੇਵਾ ਹੋਊਗੀ। ਹੋ ਗਿਆ ਸੇਵਾ ਕਰਦਿਆਂ ਨੂੰ। ਚਲੋ ਕਿਤੇ ਨਾ ਕਿਤੇ ਮਤਲਬ ਤੁਸੀਂ ਵੀ ਹੁਣ ਚਾਹੁੰਦੇ ਆ ਵੀ ਰੈਸਟ ਕੀਤੀ ਜਾਵੇ, ਇਦਾਂ ਦੀ ਗੱਲ ਹੈਗੀ? ਹਾਂਜੀ, ਰੈਸਟ ਕੀਤੀ ਜਾਵੇ। ਚਿੰਪਾ ਥੋੜਾ ਜਿਹਾ ਰੈਸਟ ਹੋ ਕੇ ਫੇਰ ਨਾਲ ਕੋਈ ਸੇਵਾ ਕਰ ਸਕਦੇ। ਸੇਵਾ ਕਰਨ ਤਿਆਰ ਹੋ ਸੇਵਾ ਕਰਨ। ਤੇ ਜਿਹੜਾ ਤੁਹਾਡੇ ਘਰਾਂ ਦਾ ਲੰਗਰ ਸੀਗਾ, ਮਤਲਬ ਤੁਸੀਂ ਤਾਂ ਰੋਜ਼ ਇੱਥੇ ਸੇਵਾ ਕਰਦੇ ਸੀ, ਕੁਆਂਟਲਾਂ ਦੇ ਹਿਸਾਬ ਨਾਲ ਆਟਾ ਗੁੰਨ ਕੇ ਬਣਾਉਂਦੇ ਸੀ, ਔਰ ਜਿਹੜਾ ਤੁਹਾਡੇ ਘਰਾਂ ਦਾ ਲੰਗਰ ਸੀ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਸੀ? ਫਿਰ ਇੱਥੋਂ ਲੈ ਕੇ ਜਾਂਦੇ ਸੀ? ਅਸੀਂ ਸ਼ਾਮ ਨੂੰ ਲੈ ਕੇ ਜਾਈਦੀ ਰੋਟੀ, ਸਾਰਿਆਂ ਨੂੰ ਵਰਤਾ ਕੇ ਬਾਅਦ 'ਚ ਜਦ ਬਚਦੀ ਅਸੀਂ ਫੇਰ ਰੋਟੀ ਲੈ ਕੇ ਜਾਈਦੀ ਆਪਣੇ। ਅਸੀਂ ਪਹਿਲਾਂ ਰੋਟੀ ਨਹੀਂ ਪਾਈਦੀ, ਪਹਿਲਾਂ ਸਾਰੀ ਸੰਗਤ ਨੂੰ ਵਰਤਾ ਕੇ, ਕੋਈ ਵੀ ਅਸੀਂ ਖਾਲੀ ਨਹੀਂ ਇੱਥੋਂ ਮੋੜਨ ਦੇਈਦਾ ਸੀ। ਜੇ ਬਾਅਦ 'ਚ ਬਚਦੀ ਰੋਟੀ ਫੇਰ ਅਸੀਂ ਆਪਣੇ ਘਰਾਂ ਨੂੰ ਲੈ ਕੇ ਜਾਈਦੀ। ਸੋ ਜਿਹੜਾ ਤੁਸੀਂ 30 ਦਿਨ ਇੰਨੀ ਵੱਡੀ ਸੇਵਾ ਕੀਤੀ ਹੈ, ਇੱਕ ਤੁਸੀਂ ਬਹੁਤ ਵੱਡੀ ਜਿਹੜੀ ਮਿਸਾਲ ਪੈਦਾ ਕੀਤੀ ਆ, ਕੀ ਤੁਹਾਨੂੰ ਲੱਗਦਾ ਨਹੀਂ ਵੀ ਜੇ ਕਿਤੇ ਇਹ ਕੰਮ ਤੁਸੀਂ ਪੈਸਿਆਂ ਲਈ ਕੀਤਾ ਹੁੰਦਾ, ਤੁਸੀਂ ਕਿੰਨੇ ਹਜ਼ਾਰਾਂ ਪੈਸੇ ਕਮਾ ਲੈਂਦੇ? ਸਾਨੂੰ ਕੋਈ ਹੈ ਨਹੀਂ, ਸਾਨੂੰ ਕੋਈ ਨਹੀਂ ਹੈਗਾ। ਪੈਸੇ ਦਾ ਸਾਰੀ ਉਮਰ ਪੈਸੇ ਕਮਾਣੇ ਆਪਾਂ। ਆਹ ਦੁੱਖ ਦੀ ਖਾਤਰ ਅਸੀਂ ਸਾਨੂੰ ਕੀਤਾ ਤਾਂ ਸਾਨੂੰ ਬਹੁਤ ਵਧੀਆ ਲੱਗਾ। ਇਹਨਾਂ ਮਾਤਾਵਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਲੰਗਰ ਦੀ ਜਿਹੜੀ 30 ਦਿਨ ਲਗਾਤਾਰ ਬਣਾਇਆ, ਔਰ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਇਹ ਨਿਸ਼ਕਾਮ ਸੇਵਾ ਕੀਤੀ ਔਰ ਸਾਨੂੰ ਬੜੀ ਖੁਸ਼ੀ ਸੀ ਵੀ ਅਸੀਂ ਇਹ ਲੰਗਰ ਬਣਾਇਆ ਔਰ ਗਰੀਬਾਂ ਤੱਕ ਪਹੁੰਚਿਆ। ਹਾਂਜੀ ਦੋਸਤੋ, ਹੁਣ ਇਸ ਵਕਤ ਸਾਡੇ ਕੋਲ ਫਲੋਰ ਤੋਂ ਗੋਰਾ ਭਾਜੀ ਜਿਹੜੇ ਆ ਉਹ ਪਹੁੰਚੇ ਹੋਏ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਜਿਹੜੀ ਨਿਸ਼ਕਾਮ ਲੰਗਰ ਸੇਵਾ ਚੱਲ ਰਹੀ ਆ। ਇਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਹੈਗਾ ਆ, ਕਿਉਂਕਿ ਇਹ ਵੀ ਵੱਡੇ ਸਮਾਜ ਸੇਵੀ ਨੇ ਔਰ ਆਪਣੇ ਵੱਲੋਂ ਲਗਾਤਾਰ ਕਾਫੀ ਪਿਛਲੇ ਕਮ ਸੇ ਕਮ 1.5-2 ਮਹੀਨੇ ਤੋਂ ਇਹ ਵੀ ਸੁੱਕਾ ਰਾਸ਼ਨ ਜਿਹੜਾ ਆ ਫਲੋਰ ਸ਼ਹਿਰ ਦੇ ਹਜ਼ਾਰਾਂ ਪਰਿਵਾਰਾਂ ਤੱਕ ਪਹੁੰਚਾ ਰਹੇ ਨੇ। ਔਰ ਇੱਕ ਇਹਨਾਂ ਦੀ ਇਸ ਸੇਵਾ ਨੂੰ ਲੈ ਕੇ ਇੱਕ ਇਹਨਾਂ ਨੂੰ ਸਨਮਾਨ ਦੇ ਤੌਰ ਦੇ ਉੱਤੇ ਇੱਥੇ ਬੁਲਾਇਆ ਗਿਆ ਆ। ਇੱਕ ਬਹੁਤ ਵੱਡੀ ਗੱਲ ਮੈਂ ਕਹੂੰਗਾ ਗੁਰਦਾਵਰ ਸਿੰਘ ਗਾਬਾ ਜੀ ਹੁਣਾਂ ਲਈ, ਜਿਨ੍ਹਾਂ ਨੇ ਇੱਥੇ ਲੰਗਰ ਦਾ ਜਿਹੜਾ ਇਹ ਮੁਹਿੰਮ ਚਲਾਈ ਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਇਲਾਕੇ ਦੇ ਵਿੱਚ ਲੋਕ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੂੰ ਇੱਕ ਸਨਮਾਨ ਦੇਣ ਲਈ ਅੱਜ ਇੱਕ ਸਾਡੇ ਕੋਲ ਸਨਮਾਨ ਦੇ ਤੌਰ ਤੇ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਕੋਲ ਜਿਹੜੇ ਗੋਰਾ ਭਾਜੀ ਅਟਵਾਲ ਹਾਊਸ ਫਲੋਰ ਵਾਲੇ ਪਹੁੰਚੇ ਹੋਏ ਨੇ। ਉਹਨਾਂ ਦਾ ਅਸੀਂ ਗੱਲਬਾਤ ਕਰਾਂਗੇ, ਕੁਛ ਉਹਨਾਂ ਨਾਲ ਵੀ ਜਿਹੜੀਆਂ ਗੱਲਾਂ ਸਾਂਝੀਆਂ ਕਰਾਂਗੇ। ਸਾਡੇ ਕੋਲ ਮੌਜੂਦ ਨੇ ਗੋਰਾ ਭਾਜੀ ਅਟਵਾਲ ਹਾਊਸ ਫਲੋਰ ਵਾਲੇ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਭਾਜੀ। ਅੱਜ ਤੁਸੀਂ ਜਿਹੜਾ ਫਲੋਰ ਤਾਂ ਚਲੋ ਸੇਵਾਵਾਂ ਜਿਹੜੀਆਂ ਨਿਭਾਉਂਦੇ ਆ, ਅੱਜ ਤੁਹਾਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਆ, ਤੁਹਾਡਾ ਬੜਾ ਇੱਜ਼ਤ ਮਾਣ ਕੀਤਾ ਆ। ਕਿੱਦਾਂ ਲੱਗ ਰਿਹਾ ਆ ਤੁਸੀਂ ਐਡੀਆਂ ਸੇਵਾਵਾਂ ਕਰਕੇ ਐਡਾ ਤੁਹਾਡਾ ਇੱਜ਼ਤ ਮਾਣ ਹੋ ਰਿਹਾ ਆ? ਕਿੱਦਾਂ ਦੀ ਤੁਹਾਡੀ ਫੀਲਿੰਗ ਹੈ? ਪਹਿਲਾਂ ਮੈਨੂੰ ਇਸ ਬਾਰੇ ਜਾਣਕਾਰੀ ਦਿਓ। ਭਾਜੀ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਆਪ ਆਉਣਾ ਚਾਹੁੰਦਾ ਸੀ ਇੱਥੇ, ਵੀ ਆਪ ਦੇਖਣਾ ਚਾਹੁੰਦਾ ਵੀ ਐਡੇ ਵੱਡੇ ਲੈਵਲ ਤੇ ਕੰਮ ਕਰ ਰਹੇ ਆ ਬੰਦੇ ਬਾਹਰ ਬੈਠ ਕੇ ਵੀ, ਬਿਲਕੁਲ ਜੀ, ਹੈ ਨਾ। ਇਹ ਬਹੁਤ ਵੱਡੀ ਗੱਲ ਆ
ਤੇ ਦੂਜੀ ਗੱਲ ਪਿੰਡ ਦੀਆਂ ਬੀਬੀਆਂ ਜਿਹੜੀਆਂ ਆ ਉਹ ਨਿਸ਼ਕਾਮ ਸੇਵਾ ਕਰਦੀਆਂ ਬਿਨਾਂ ਪੈਸੇ ਤੋਂ, ਨਾ ਕੋਈ ਪੈਸਾ ਹਲਵਾਈ ਲੈ ਰਿਹਾ ਮੇਰੇ ਖਿਆਲ ਨਾਲ, ਸਾਰੇ ਮੁੰਡੇ ਵੀ ਫ੍ਰੀ ਸੇਵਾ 'ਚ ਲੱਗੇ ਹੋਏ ਆ। ਇੱਕ ਬੰਦਾ ਬਾਹਰ ਬੈਠ ਕੇ, ਸਰਦਾਰ ਗੁਰਦਾਵਰ ਸਿੰਘ ਹੁਣੀ ਬਾਹਰ ਬੈਠ ਕੇ ਏਡਾ ਵੱਡਾ ਉਪਰਾਲਾ ਕਰ ਰਹੇ ਆ ਤੇ ਮੈਂ ਆਪ ਮਿਲਣਾ ਚਾਹੁੰਦਾ ਸੀ। ਇਹ ਤਾਂ ਕੁਦਰਤੀ ਭੋਗ ਪੈਣੇ ਸੀ ਅੱਜ ਅਖੰਡ ਪਾਠ ਸਾਹਿਬ ਦੇ, ਤੇ ਇਹਨਾਂ ਨੇ ਮੈਨੂੰ ਕਿਹਾ ਵੀ 3 ਤਰੀਕ ਨੂੰ ਭੋਗ ਆ, ਤੇ ਫਿਰ ਮੈਂ ਕਿਹਾ ਮੈਂ ਜ਼ਰੂਰ ਉੱਦਾਂ ਨੂੰ ਆਪ ਜੀ ਦੇ ਦਰਸ਼ਨ ਕਰਾਂਗਾ। ਉਸ ਕਰਕੇ ਫਿਰ ਅੱਜ ਅਸੀਂ ਇੱਥੇ ਤੁਹਾਡੇ ਕੋਲ ਰੂਬਰੂ ਹੋਏ ਆ ਜੀ। ਸੋ ਤੁਸੀਂ ਆਏ ਆ ਔਰ ਬੜਾ ਤੁਹਾਡਾ ਇੱਥੇ ਜਿਹੜਾ ਆਓ ਭਗਤ ਵੀ ਹੋਇਆ ਆ, ਕਿਉਂਕਿ ਤੁਸੀਂ ਵੀ ਇੱਕ ਵੱਡੇ ਸਮਾਜ ਸੇਵੀ ਦੇ ਰੂਪ ਦੇ ਵਿੱਚ ਬਾਹਰ ਉੱਭਰੇ ਹੋਏ ਆ ਤੇ ਕਾਫੀ ਜਿਹੜਾ ਲੋਕਾਂ ਨੂੰ ਤੁਹਾਡਾ ਆਸਰਾ ਰਿਹਾ ਆ। ਮੈਂ ਕਹਿ ਸਕਦਾ ਵੀ ਜਿੰਨਾ ਤੁਸੀਂ ਲੋਕਾਂ ਤੱਕ ਲੰਗਰ ਪਹੁੰਚਾਇਆ, ਉਹ ਜਿਹੜਾ ਐਕਸਪੀਰੀਅੰਸ ਤੁਹਾਡਾ ਕਿੱਦਾਂ ਦਾ ਰਿਹਾ, ਜਿਹੜਾ ਤੁਸੀਂ ਫਲੋਰ ਇਲਾਕੇ ਦੇ ਵਿੱਚ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਆ, ਜਾਂ ਪ੍ਰਸ਼ਾਸਨ ਵੱਲੋਂ ਜਾਂ ਲੋਕਾਂ ਵੱਲੋਂ ਜਾਂ ਕੁਝ ਉਂਗਲਾਂ ਚੱਕਣ ਵਾਲੇ ਵੀ ਲੋਕ ਹੁੰਦੇ ਨੇ, ਕੀ ਲੱਗਦਾ ਤੁਹਾਨੂੰ ਉੱਦਾਂ ਦੇ ਲੋਕਾਂ ਵੱਲੋਂ ਕਿਤੇ ਨਾ ਕਿਤੇ ਕੋਈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ? ਭਾਜੀ ਉਂਗਲਾਂ ਚੱਕਣ ਵਾਲੇ ਲੋਕ ਚੱਕਦੇ ਚੱਕੀ ਜਾਣ, ਅਸੀਂ ਕਿਹੜਾ ਵੋਟਾਂ ਲੈਣੀਆਂ, ਅਸੀਂ ਕਿਹੜਾ ਕਿਸੇ ਨੂੰ ਵੀ ਆਓ ਮੇਰੇ ਨਾਲ ਨਾਰਾਜ਼ ਹੋ ਜਾਊਗਾ ਤੇ ਮੇਰਾ ਸਰਨਾ ਨਹੀਂਗਾ, ਤੇ ਨਾ ਅਸੀਂ ਕਿਸੇ 'ਤੇ ਡਿਪੈਂਡ ਹੋ ਕੇ ਚੱਲਦੇ ਹਾਂ। ਜੋ ਸਾਡੇ ਕਹਿਣ ਦਾ ਮਤਲਬ ਜੇ ਸਾਡੇ ਘੜੇ 'ਚ ਪਾਣੀ ਹੈ ਤਾਂ ਛਬੀਲ ਲਾ ਦਿਆਂਗੇ, ਨਹੀਂ ਹੋਊਗਾ ਤਾਂ ਚੁੱਪ ਕਰਕੇ ਬਹਿ ਜਾਾਂਗੇ। ਅਸੀਂ ਕਿਸੇ ਦੇ ਹੱਥਾਂ ਵੱਲ ਨਹੀਂ ਦੇਖਣਾ, ਨਾ ਕਿਸੇ ਤੋਂ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਤੁਸੀਂ ਦਿਓ ਤੇ ਅਸੀਂ ਵੰਡੀਏ, ਠੀਕ ਹੈ ਨਾ। ਮੈਨੂੰ ਰੱਬ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ ਆ, ਮੈਂ ਕੋਲੋਂ ਤਾਂ ਲੈ ਕੇ ਨਹੀਂ ਆਇਆ ਸੀ, ਮਹਾਰਾਜ ਨੇ ਬਖਸ਼ਿਆ ਤੇ ਮੈਂ ਜਨਤਾ ਦਾ ਆਇਆ ਤੇ ਜਨਤਾ ਨੂੰ ਵੰਡ ਦੇਣਾ, ਉੱਥੇ ਕੋਈ ਫਰਕ ਨਹੀਂ। ਸੋ ਇੱਕ ਬਹੁਤ ਵੱਡੀ ਗੱਲ ਜਿਹੜੀ ਗੋਰੇ ਭਾਈ ਨੇ ਇੱਥੇ ਕਹੀ ਆ ਵੀ ਜੇ ਮੇਰੇ ਘੜੇ 'ਚ ਪਾਣੀ ਹੈਗਾ ਸੀ ਤਾਂ ਮੈਂ ਛਬੀਲ ਲਾਤੀ, ਔਰ ਮੈਂ ਕੋਈ ਵੋਟਾਂ ਨਹੀਂ ਲੈਣੀਆਂ, ਕੋਈ ਮੈਂ ਲੀਡਰ ਨਹੀਂ ਬਣਨਾ। ਇੱਕ ਇਹ ਲੀਡਰਾਂ ਨੂੰ ਵੀ ਨਸੀਹਤ ਦੇਣ ਵਾਲੀ ਗੱਲ ਜਿਹੜੀ ਗੋਰੇ ਭਾਈ ਨੇ ਆਖੀ ਆ। ਸੋ ਇਹਨਾਂ ਗੱਲਾਂ 'ਤੇ ਵੀ ਸਾਨੂੰ ਗੌਰ ਕਰਨਾ ਚਾਹੀਦਾ ਵੀ ਇੱਕ ਸਮਾਜ ਸੇਵੀ ਹੋਣ ਦੇ ਨਾਂ 'ਤੇ ਜਿਹੜਾ ਇਹ ਕੰਮ ਕਰ ਰਹੇ ਨੇ, ਨਾਲ ਕਿਤੇ ਨਾ ਕਿਤੇ ਇੱਕ ਮੈਸੇਜ ਵੀ ਜਿਹੜਾ ਇਹ ਆਪਣੇ ਲਈ ਬਹੁਤ ਵਧੀਆ ਬਣ ਰਿਹਾ ਆ। ਸੋ ਗੋਰੇ ਭਾਜੀ ਤੁਹਾਡਾ ਬਹੁਤ ਥੈਂਕ ਯੂ, ਧੰਨਵਾਦ ਜਿਹੜਾ ਤੁਸੀਂ ਫਲੋਰ ਦੇ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਪਰਮਾਤਮਾ ਅੱਗੇ ਅਸੀਂ ਵੀ ਅਰਦਾਸ ਕਰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੋ। ਔਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖਣ ਵਾਲਿਆਂ ਨੂੰ, ਜਾਂ ਜਿਹੜੇ ਲੋਕ ਰੱਜੇ ਪੁੱਜੇ ਹੈਗੇ ਨੇ ਔਰ ਉਹਨਾਂ ਨੂੰ ਫਰੰਟ 'ਤੇ ਆ ਕੇ ਕਿਸੇ ਲਈ ਖੜਨਾ ਚਾਹੀਦਾ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਭਾਜੀ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹੜੀਆਂ ਸੰਸਥਾਵਾਂ ਚੰਗੇ ਟਾਈਮਾਂ ਦੇ ਵਿੱਚ ਲੰਗਰ ਲਾਉਂਦੀਆਂ ਆ, ਲਾਈਨਾਂ ਦੇ ਵਿੱਚ ਲੰਗਰ ਲੱਗਦੇ, ਜਦੋਂ ਨਹੀਂ ਜ਼ਰੂਰਤ ਹੁੰਦੀ ਉਦੋਂ ਲੰਗਰ ਲੱਗਦੇ ਆ, ਉਹਨਾਂ ਨੂੰ ਹੁਣ ਮੂਹਰੇ ਆਉਣਾ ਚਾਹੀਦਾ ਇਸ ਘੜੀ ਦੇ ਵਿੱਚ। ਜਿਹੜੀਆਂ ਸੰਸਥਾਵਾਂ ਕਿਸੇ ਦੀ ਪਰਚੀ ਕੱਟਣ ਜਾਂਦੀਆਂ, 21,000 ਦੀ ਪਰਚੀ ਕੱਟ ਦਿਓ, 31 ਦੀ ਕੱਟ ਦਿਓ ਜੀ, 11 ਦੀ ਕੱਟ ਦਿਓ, ਲੰਗਰ ਲਾਉਣਾ, ਛਬੀਲ ਲਾਉਣੀ ਆ, ਜਗਰਾਤਾ ਕਰਾਉਣਾ ਆ ਜੀ, ਉਹ ਮੈਨੂੰ ਨਹੀਂ ਸੰਸਥਾ ਕਿਸੇ ਸਟੇਜ 'ਤੇ ਖੜੀਆਂ ਦੇਦੀਆਂ ਇਸ ਟਾਈਮ। ਉਹਨਾਂ ਨੂੰ ਚਾਹੀਦਾ ਵੀ ਹੁਣ ਮੂਹਰੇ ਆਉਣ, ਲੋੜ ਤਾਂ ਹੋਣੇ ਆ ਲੰਗਰ ਦੀ, ਫੇਰ ਤਾਂ ਭਰੇ ਦੇ ਵਿੱਚ ਪਾਣੀ ਪਾਈ ਜਾਓਗੇ ਉਹਦਾ ਕੀ ਫਾਇਦਾ, ਉਹਦਾ ਥੱਲੇ ਡੁੱਲੂਗਾ, ਜਾਇਆ ਆ। ਉਹ ਤਾਂ ਇੱਕ ਇੰਟਰਟੇਨਮੈਂਟ ਕਰਦੇ ਨੇ ਸਾਰੇ। ਹੁਣ ਜ਼ਿਆਦਾ ਸਵਾਦ ਤਾਂ ਹੈ ਨਾ, ਹੁਣ ਮੈਦਾਨ 'ਚ ਆ ਕੇ ਨਿੱਤਰ ਲਓ ਜੀ ਅਸੀਂ ਖੜੇ ਹਾਂ। ਮੈਂ ਤਾਂ ਸਾਰਿਆਂ ਨੂੰ ਇਹ ਵੀ ਅਪੀਲ ਕਰਦਾ, ਬੇਨਤੀ ਕਰਦਾ ਵੀ ਮੇਰੇ ਕੋਲ ਉਹ ਸੰਸਥਾ ਪਰਚੀ ਕਟਾਉਣ ਨੂੰ ਅੱਗੇ ਤੋਂ ਆਵੇ ਜਿਹੜੀ ਘੱਟ ਤੋਂ ਘੱਟ 1 ਲੱਖ ਦਾ ਲੰਗਰ ਲਾ ਚੁੱਕੀ ਹੋਵੇ ਇਸ ਦੌਰ ਦੇ ਵਿੱਚ, ਨਹੀਂ ਤਾਂ ਮੇਰੇ ਕੋਲ ਨਾ ਆਵੇ। ਮੈਂ ਖਿਮਾ ਦਾ ਜਾ ਚੁੱਕਿਆ ਤੇ ਮੈਂ ਨਹੀਂ ਚਾਹੁੰਦਾ ਵੀ ਅਗਲਾ ਮੇਰੇ ਕੋਲ ਆਵੇ ਤੇ ਮੈਂ ਬੁਰਾ ਬਣਾ ਵੀ ਮੈਂ ਤੁਹਾਨੂੰ ਜਵਾਬ ਦਿੱਤਾ। ਮੈਂ ਤਾਂ ਹੁਣੇ ਅਪੀਲ ਕਰਦਾ, ਭਰਾ ਨਿਕਲੋ ਖੁੱਡਿਆਂ 'ਚੋਂ ਬਾਹਰ ਤੇ ਜਨਤਾ ਦਾ ਹਾਲ ਦੇਖੋ ਕੀ ਬਣਦਾ ਬਾਹਰ। ਸੋ ਥੈਂਕ ਯੂ ਗੋਰੇ ਭਾਈ ਤੁਹਾਡਾ। ਇੱਥੇ ਗੋਰੇ ਭਾਈ ਨੇ ਇੱਕ ਮੈਸੇਜ ਜਿਹੜਾ ਲੋਕਾਂ ਨੂੰ, ਇੱਕ ਜਿਹੜੇ ਪਰਚੀ ਕੱਟਣ ਵਾਲੇ ਲੋਕ ਆਏ ਦਿਨ ਆਉਂਦੇ ਰਹਿੰਦੇ, ਉਹਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਵੀ ਦਿੱਤਾ ਆ ਬਈ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਆਪਣੇ ਘਰਾਂ 'ਚੋਂ ਨਿਕਲ ਕੇ ਬਾਹਰ ਸੇਵਾ ਕੀਤੀ ਆ, ਉਹੀ ਜਿਹੜੀ ਆ ਕਿਸੇ ਲੇਖੇ ਲੱਗਣੀ ਆ। ਅਦਰਵਾਈਜ਼ ਜੇ ਤੁਸੀਂ ਹੁਣ ਘਰਾਂ ਵਿੱਚ ਬੈਠੇ ਰਹੇ, ਮਾੜੇ ਟਾਈਮ ਜਿਸ ਵਕਤ ਪੂਰੀ ਦੁਨੀਆ ਦੇ ਵਿੱਚ ਮਾਤਮ ਛਾਇਆ ਆ, ਜੇ ਤੁਸੀਂ ਹੁਣ ਬਿਨਾਂ ਨਿਕਲੇ ਤਾਂ ਆਉਣ ਵਾਲੇ ਚੰਗੇ ਦਿਨਾਂ ਦੇ ਵਿੱਚ ਜੇ ਨਿਕਲੂਗੇ ਤਾਂ ਤੁਹਾਨੂੰ ਜਿਹੜਾ ਆ ਕੋਈ ਹੰਗਾਰਾ ਨਹੀਂ ਭਰੂਗਾ। ਸੋ ਸਾਡੇ ਨਾਲ ਗੋਰਾ ਭਾਜੀ ਸੀਗੇ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਲਈ। ਅਗਲੀ ਅਪਡੇਟ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਲਗਾਤਾਰ ਜਿਹੜੀਆਂ ਟੀਮਾਂ ਇੱਥੇ ਲੰਗਰ ਦੇ ਵਿੱਚ ਸਾਡੇ ਕੋਲ ਮੌਜੂਦ ਨੇ, ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਆ। ਜਿੱਦਾਂ ਕਿ ਤੁਸੀਂ ਦੇਖਿਆ ਜਿਹੜੀਆਂ ਗੱਡੀਆਂ ਦੇ ਵਿੱਚ ਲੋਡ ਕਰਕੇ ਲੰਗਰ ਲੈ ਕੇ ਜਾਂਦੀਆਂ, ਉਸ ਟੀਮ ਨਾਲ ਵੀ ਸਾਡੀ ਗੱਲਬਾਤ ਹੋਈ, ਔਰ ਸਾਡੀਆਂ ਮਾਤਾਵਾਂ ਜਿਹੜੀਆਂ ਲੰਗਰ ਬਣਾਉਂਦੀਆਂ ਸੀ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ। ਗੋਰੇ ਭਾਜੀ ਨਾਲ ਜਿਹੜੇ ਫਲੋਰ ਤੋਂ ਮੁੱਖ ਮਹਿਮਾਨ ਸਾਡੇ ਕੋਲ ਪਹੁੰਚੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ। ਔਰ ਇਸ ਵਕਤ ਸਾਡੇ ਕੋਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਪ੍ਰਭਪਾਲ ਜੀ, ਜੋ ਫਲੋਰ 'ਤੇ ਵਿਸ਼ੇਸ਼ ਸੱਦੇ 'ਤੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਉਹਨਾਂ ਦੇ ਵੀ ਅਸੀਂ ਵਿਊ ਜ਼ਰੂਰ ਲਵਾਂਗੇ, ਜਾਣਕਾਰੀ ਜ਼ਰੂਰ ਲਵਾਂਗੇ, ਉਹਨਾਂ ਦਾ ਕੀ ਐਕਸਪੀਰੀਅੰਸ ਹੈਗਾ ਇਸ ਲੰਗਰ ਨੂੰ ਲੈ ਕੇ, ਜਿਹੜਾ 30 ਦਿਨ ਔਰ ਬਹੁਤ ਵੱਡਾ ਲੰਗਰ ਚੱਲਿਆ। ਪ੍ਰਭੂ ਭਾਜੀ ਤੁਹਾਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਤੁਹਾਡਾ ਥੈਂਕ ਯੂ ਜਿਹੜਾ ਤੁਸੀਂ ਮੈਨੂੰ ਆਪਣਾ ਕੀਮਤੀ ਟਾਈਮ ਦਿੱਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਨਿਊਜ਼ 84 ਦੇਖ ਰਹੇ ਸਾਰੇ ਮੇਰੇ ਜਿਹੜੇ ਸਰੋਤੇ ਹੈਗੇ ਆ, ਵਿਪਨ ਭਾਜੀ ਦੇ ਜਿਹੜੇ ਫੋਲੋਵਰ ਹੈਗੇ ਆ, ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਨਾ ਜੀ। ਸਾਰਿਆਂ ਨੂੰ ਨਮਸਕਾਰ ਆ ਜੀ। ਜਿੱਦਾਂ ਕਿ ਵਿਪਨ ਭਾਜੀ ਨੇ ਮੈਨੂੰ ਪੁੱਛਿਆ ਹੈਗਾ ਕਿ ਭਾਜੀ ਪਿਛਲੇ 1.5 ਮਹੀਨੇ ਜਿਹੜਾ ਲੋਕਡਾਊਨ ਚੱਲਦਾ ਹੈਗਾ, ਉਹਦੇ ਵਿੱਚ ਲੋਕਾਂ ਦੇ ਕਿਹੋ ਜਿਹੇ ਹਾਲਾਤ ਹੈਗੇ ਆ, ਇਹ 'ਚ ਦੱਸਣ ਦੀ ਕੋਈ ਹੈ ਨਹੀਂ ਭਾਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਹਰ ਰੋਜ਼ ਟਾਈਮ ਤੇ ਜਿਹੜਾ ਮੀਡੀਆ ਹੈਗਾ, ਅਸੀਂ ਵੀ ਮੀਡੀਆ ਵਾਲੇ ਹੈਗੇ ਆ, ਲੇਕਿਨ ਜਿਹੜਾ ਵਰਲਡ ਲੈਵਲ ਤੇ ਮੀਡੀਆ ਅਸੀਂ ਵੀ ਕਮਾਉਂਦੇ ਹੈਗੇ, ਲੇਕਿਨ ਜਿਹੜੇ ਲੋਕਾਂ ਦੇ ਹਾਲਾਤ ਆ, ਜੇ ਅੱਜ ਦੇ ਮੁਤਾਬਕ ਦੱਸੀਏ ਤਾਂ ਬੜੇ ਵੱਧ ਤੋਂ ਬੱਤਰ ਹਾਲਾਤ ਹੈਗੇ ਆ, ਕਿਉਂਕਿ ਸਰਕਾਰਾਂ ਅੱਜ ਦੇ ਪਲੇਟਫਾਰਮ 'ਤੇ ਆ ਕੇ ਫੇਲ ਹੋ ਗਈਆਂ ਹੈਗੀਆਂ ਲੋਕਾਂ ਦੀ ਸੇਵਾ ਕਰਨ ਵਿੱਚ। ਕਿਉਂਕਿ ਜਿਹੜਾ ਲੋਕਡਾਊਨ ਸੀਗਾ, ਜੇ ਇਸ 'ਤੇ ਪਹਿਲਾਂ ਕੰਮ ਕੀਤਾ ਜਾਂਦਾ, ਜੇ ਸਰਕਾਰ ਨੇ ਪਹਿਲਾਂ ਲੋਕਡਾਊਨ ਕਰਨਾ ਸੀ ਤਾਂ ਇਹ 'ਤੇ ਪਹਿਲਾਂ ਵਰਕ ਕੀਤਾ ਜਾਂਦਾ ਵੀ ਲੋਕਡਾਊਨ ਕਰਨਾ ਕਿੱਦਾਂ, ਲੋਕਾਂ ਨੂੰ ਅਸੀਂ ਜਿਹੜੀਆਂ ਸਮੱਸਿਆ ਲੋਕਾਂ ਨੂੰ ਆਉਣੀਆਂ ਉਹ ਅਸੀਂ ਹੱਲ ਕਿੱਦਾਂ ਕਰਨੀਆਂ। ਸਰਕਾਰ ਨੇ ਉਸ 'ਤੇ ਕੰਸਨਟਰੇਟ ਨਹੀਂ ਬਣਾਇਆ ਆਪਣਾ, ਲੇਕਿਨ ਯਕਦਮ ਜਿੱਦਾਂ ਪਹਿਲਾਂ ਨੋਟਬੰਦੀ ਕੀਤੀ, ਤੁਹਾਨੂੰ ਪਤਾ ਹੋਣਾ ਪਿਛਲੇ 2 ਸਾਲਾਂ ਜਿਹੜੀ ਨੋਟਬੰਦੀ ਕੀਤੀ 3 ਸਾਲਾਂ 'ਚ, ਸੇਮ ਲੋਕਡਾਊਨ ਉਹਦੀ ਦੂਸਰੀ ਕਾਪੀ ਹੈਗੀ ਆ। ਠੀਕ ਹੈ ਜੀ, ਉਹਦੀ ਦੂਸਰੀ ਕਾਪੀ ਕਰਕੇ ਲੋਕਾਂ ਨੂੰ ਇੰਨੀਆਂ ਕੁ ਵੱਡੀਆਂ ਦਿੱਕਤਾਂ ਆਈਆਂ ਹੈਗੀਆਂ। ਲੋਕਾਂ ਨੇ ਰਾਸ਼ਨ ਨੂੰ ਜਿਹੜਾ ਲੋਕਾਂ ਨੂੰ ਲਾਰੇ ਪੈ ਗਏ, ਲੋਕ ਜਿਹੜੇ ਹੈਂਡ ਟੂ ਮਾਊਥ ਜਿਹੜੇ ਰੋਜ਼ ਦੀ ਰੋਜ਼ ਕਰਕੇ ਕੰਮ ਕਰਨ ਵਾਲੇ, ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਵਾਲੇ ਬੰਦੇ ਸੀ, ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆ ਚੁੱਕੀ ਹੈਗੀ ਆ। ਜਿਹੜੇ ਲੋਕ ਆਪਣੇ ਘਰਾਂ ਵਿੱਚ ਜਿਹੜੇ ਕਰੋੜਾਂ ਰੁਪਈਆਂ ਦੀਆਂ ਸਾਮੀਆਂ ਹੈਗੀਆਂ, ਉਹਨਾਂ ਨੂੰ ਕੋਈ ਦਿੱਕਤ ਨਹੀਂ, ਉਹ ਆਪਣੇ ਘਰਾਂ ਵਿੱਚ ਬੈਠੇ ਹੈਗੇ, ਆਪਾਂ ਆਰਾਮ ਨਾਲ ਐਸ਼ੋ ਆਰਾਮ ਨਾਲ ਕਰਦੇ। ਤੁਸੀਂ ਦੇਖੋ ਕੋਈ ਲੀਡਰ ਬੈਠਾ ਹੋਣਾ, ਤੁਸੀਂ ਤੁਹਾਨੂੰ ਲਾਈਵ ਦਿਖਾਉਂਦੇ ਹੋਣੇ ਆ TV ਚੈਨਲ ਵਾਲੇ, ਉਹਨਾਂ ਨੂੰ ਕੋਈ ਦਿੱਕਤ ਨਹੀਂ। ਦਿੱਕਤ ਜਿਹੜਾ ਲੋਅਰ ਕੁਆਲਿਟੀ ਦਾ ਜਿਹੜਾ ਮੈਂਬਰ ਹੈਗਾ, ਜਿਹੜਾ ਪੂਰਾ ਨੀਡੀ ਪਰਿਵਾਰ ਹੈਗੇ ਆ, ਦਿੱਕਤ ਉਹਨਾਂ ਨੂੰ ਆਈ ਸਾਰੀ। ਠੀਕ ਹੈ ਨਾ, ਉਹ ਜਿਹੜੇ ਲੋਕ ਹੈਗੇ ਆ ਉਹ ਮੰਗਣ ਲਈ ਮਜਬੂਰ ਹੈਗੇ ਆ। ਠੀਕ ਹੈ ਨਾ, ਇੱਥੇ ਕਿਤੇ ਸਰਕਾਰਾਂ ਫੇਲ ਹੋਈਆਂ ਸਾਰੀਆਂ। ਸੋ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਲਗਾਤਾਰ ਫੀਲਡ ਦੇ ਵਿੱਚ ਰਹਿੰਦੇ ਆ, ਜਿਹੜੀਆਂ ਸਰਕਾਰਾਂ ਔਰ ਪ੍ਰਸ਼ਾਸਨ ਵੱਲੋਂ ਜਿਹੜੀਆਂ ਲਗਾਤਾਰ ਜਿਹੜੇ ਦਾਅਵੇ ਕੀਤੇ ਜਾ ਰਹੇ ਆ, ਅਸੀਂ ਲੋਕਾਂ ਦੀ ਮਦਦ ਕਰਤੀ, ਪਿੰਡਾਂ 'ਚ ਲੰਗਰ ਪਹੁੰਚਾਤਾ, ਕੀ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਸਾਰਾ ਲੰਗਰ ਔਰ ਸਾਰਾ ਰਾਸ਼ਨ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਆਇਆ ਜਾਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਇਆ, ਇਹ ਇੱਕ ਬਹੁਤ ਵੱਡੀ ਕਨਫਿਊਜ਼ਨ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਹਾਂ, ਇਹ ਗੱਲ ਜ਼ਰੂਰ, ਮੈਂ ਜਦੋਂ ਮੈਂ ਆਪ ਵੀ ਲਾਈਵ ਹੁੰਦਾ ਨਾ ਤਾਂ ਮੈਂ ਕਹਿੰਦਾ ਹੁੰਦਾ, ਮੈਂ ਹੁਣ ਪਹਿਲਾਂ ਵੀ ਇਹੀ ਗੱਲ ਦੁਹਰਾਈ ਹੈਗੀ ਵੀ ਜਿਹੜੀ ਸਰਕਾਰ ਦਾ ਜਿਹੜਾ ਵਰਕ ਕਰਨਾ ਸੀ ਨਾ, ਉਹ ਵਰਕ ਕੀਤਾ ਨਹੀਂ ਸਰਕਾਰ, ਤਾਂ ਹੀ ਮਿਲੇ ਲੋਕ ਵੀ ਤਾਂ ਹੀ ਉੱਥੋਂ, ਲੇਕਿਨ ਸਰਕਾਰ ਵੱਲੋਂ ਕਿਸੇ ਨੂੰ ਕੋਈ ਰਸਦ ਨਹੀਂ ਮਿਲੇਗੀ। ਅਦਰਵਾਈਜ਼ ਸਰਕਾਰ ਵੱਲੋਂ ਕੋਈ ਰਸਦ ਮਿਲੀ ਹੈਗੀ ਆ ਪ੍ਰਿੰਟਡ ਤੁਸੀਂ ਆਪ ਸਮਝਦੇ ਹੋਣਾ, ਲੈਣਾ ਜਿਹਨਾਂ ਦੇ ਘਰਾਂ ਵਿੱਚ ਸਮਾਨ ਗਿਆ, ਜਿਹਨਾਂ ਦੇ ਮੁਹੱਲਿਆਂ ਵਿੱਚ ਸਮਾਨ ਗਿਆ। ਪ੍ਰਿੰਟਡ ਦਾ ਮਤਲਬ ਕੀ ਹੁੰਦਾ? ਐਡਵਰਟਾਈਜ਼ਮੈਂਟ ਕਰਨਾ। ਕਿਤੇ ਨਾ ਕਿਤੇ ਸਰਕਾਰ ਉੱਥੇ ਵੀ ਆਪਣਾ ਕੰਮ ਜਾਣੀ ਕਿ ਆਪਣੀ ਵੋਟਾਂ ਦੇ ਪੱਲੇ ਪਾਉਂਦੀ ਨਜ਼ਰ ਆਈ ਹੈਗੀ। ਉਹਦੇ ਵਿੱਚ ਸਮਾਨ ਤਾਂ ਲੋਕਾਂ ਨੂੰ ਕੀ ਦੇਣਾ, ਇੱਕ ਲੋਲੀਪੌਪ ਦਿੱਤਾ ਗਿਆ ਸਰਕਾਰ ਵੱਲੋਂ, ਉਹ ਤੁਹਾਨੂੰ ਦੱਸ ਦਿੰਦਾ ਵਿੱਚ ਕੀ ਸੀਗਾ। ਜਿਹੜਾ ਉਹ ਬੋਰਾ ਦਿੱਤਾ ਗਿਆ ਸਰਕਾਰ ਵੱਲੋਂ, ਉਹਦੇ ਵਿੱਚ 5 ਕਿਲੋ ਆਟਾ ਹੁੰਦਾ ਸੀ, 3 ਕਿਲੋ ਚੌਲ ਹੁੰਦੇ ਸੀ, 2 ਕਿਲੋ ਛੋਲੇ ਦਾਲ ਹੁੰਦੀ ਸੀ, ਬਾਕੀ ਸਮਾਨ ਕੋਈ ਨਹੀਂ ਹੁੰਦਾ ਸੀ। ਜਿਹਦੇ ਵਿੱਚ 5 ਕਿਲੋ ਆਟਾ ਸੀ ਤੇ ਉਹਦੇ ਵਿੱਚ ਚੌਲ ਹੈ ਨਹੀਂ ਸੀ, ਜਿਹਦੇ ਵਿੱਚ ਚੌਲ ਸੀ ਤੇ ਉਹ ਆਟਾ ਹੈ ਨਹੀਂ ਸੀ। ਲੇਕਿਨ ਜਿਹੜੀਆਂ ਘਰ ਦੀਆਂ ਹੋਰ ਜ਼ਰੂਰਤਾਂ ਹੈਗੀਆਂ, ਜਿਹੜੀਆਂ ਘਰ ਵਿੱਚ ਰਸੋਈ ਵਿੱਚ ਜਿਹੜਾ ਸਮਾਨ ਆਪਣਾ ਵਰਤਦੀਆਂ ਹੈਗੀਆਂ ਆਪਾਂ ਲੇਡੀ, ਜਿਹੜਾ ਆਪਾਂ ਰੋਜ਼ ਖਾਂਦੇ ਹੈਗੇ ਆ, ਉਹ ਕਿੱਥੋਂ ਆਉਣਾ ਸੀ? ਉਹ ਕਿਸੇ ਨੂੰ, ਸਰਕਾਰ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਜੋ ਤੁਹਾਨੂੰ ਦੇਤਾ ਉਹ ਦੈਟਸ ਇਟ ਹੈ, ਬਾਕੀ ਤੁਸੀਂ ਕਿੱਥੋਂ ਲਿਆਉਣਾ ਉਹ ਤੁਹਾਡੀ ਰੋਜ਼ਮਰਾ ਦੀ ਤੁਹਾਡੀ ਆਪਣੀ ਟੈਨਸ਼ਨ ਹੈਗੀ ਆ। ਉੱਥੇ ਆਣ ਕੇ ਸਰਕਾਰ ਫੇਲ ਹੋਈ ਆ। ਲੇਕਿਨ ਜਿਹੜੇ 15 ਦਿਨ ਪਹਿਲਾਂ ਲੋਕਾਂ ਨੇ ਦਿੱਕਤਾਂ ਝੱਲੀਆਂ ਹੈਗੀਆਂ ਨਾ, ਉਹ ਤੁਸੀਂ ਫੀਲਡ ਫਿਰਦੇ ਆ, ਅਸੀਂ ਵੀ ਫੀਲਡ ਫਿਰਦੇ ਆ, ਸਾਰਿਆਂ ਨੂੰ ਦੱਸਣੇ ਆ। ਉਹ ਤਾਂ ਰੱਬ ਨਾ ਦੁਬਾਰਾ ਉਦੋਂ ਦਾ ਟਾਈਮ ਲਿਆਵੇ ਤਾਂ ਵਧੀਆ ਗੱਲ ਹੈ। ਲੋਕ ਮੰਗਣ ਨੂੰ ਤਿਆਰ ਹੋ ਗਿਆ ਸੀ, ਕਿਉਂ ਲੋਕਾਂ ਨੂੰ ਕੰਮ ਹੈ ਨਹੀਂ ਸੀਗਾ। ਮੈਂ ਹੁਣ ਆਪਣੇ ਫਲੋਰ ਦੀ ਗੱਲ ਕਰਦਾ ਹੈਗਾ, ਜਿੱਦਾਂ ਕਿ ਇੱਥੇ ਆਪਾਂ ਆਏ ਹੈਗੇ ਆ, ਮਨਦੀਪ ਸਿੰਘ ਗੋਰਾ ਭਾਜੀ ਹੈਗੇ ਆ, ਇੱਥੇ ਆਏ ਹੈਗੇ ਆ। ਇਹ 7-8 ਬੰਦੇ ਹੈਗੇ ਆ ਜਿਹੜੇ ਫਲੋਰ ਏਰੀਆ ਵਿੱਚ ਹੈਗੇ ਆ, ਜਿਨ੍ਹਾਂ ਕਰਕੇ ਫਲੋਰ, ਮੈਂ ਇੱਕ ਵਾਰੀ ਦੁਬਾਰਾ ਫੇਰ ਦੱਸਣ ਲੱਗਾ, ਫਲੋਰ ਵਾਸੀਓ ਧਿਆਨ ਨਾਲ ਮੇਰੀ ਗੱਲ ਸੁਣਿਓ। ਇਹਨਾਂ ਇਨਸਾਨਾਂ ਨੇ ਤੁਹਾਡੇ ਕੋਲ ਵੋਟਾਂ ਮੰਗਣ ਨਹੀਂ ਆਉਣਾ ਕਦੀ ਵੀ ਘਰੇ, ਨਾ ਵੋਟਾਂ ਮੰਗਣ ਆਉਣਾ, ਨਾ ਇਹਨਾਂ ਤੁਹਾਡੇ ਤੇ ਕੋਈ ਹੋਰ ਮਤਲਬ ਹੈਗਾ ਵੀ ਇਹ ਜਿਹੜੇ 7-8 ਇਨਸਾਨ ਹੈਗਾ ਨਾ ਵੀ ਤੁਹਾਡੇ ਘਰ ਤੁਹਾਡੇ ਤੇ ਇਹਨਾਂ ਨੂੰ ਮਤਲਬ ਹੈਗਾ, ਕਦੀ ਵੀ ਨਹੀਂ ਹੋ ਸਕਦਾ। ਕਿਉਂ? ਅਸੀਂ ਇਹਨਾਂ ਦੀ ਜਿਹੜੀ ਹਿਸਟਰੀ ਆ ਚੰਗੀ ਤਰ੍ਹਾਂ ਡੀਪਲੀ ਇਹਨਾਂ 'ਚ ਗਏ ਹੈਗੇ ਆ। ਤੁਹਾਨੂੰ ਇਹਨਾਂ ਨੂੰ ਤੁਹਾਡੇ ਕੋਲ ਕੋਈ ਮਤਲਬ ਨਹੀਂ, ਕੋਈ ਵੋਟਾਂ ਦੇ ਮਤਲਬ ਨਹੀਂ। ਇਹ ਸਿਰਫ ਮਾਨਵਤਾ ਦੀ ਸੇਵਾ ਕਰਨ ਲਈ 7-8 ਇਨਸਾਨ ਜਿਹੜੇ ਕਵਰ ਮੋਹਰੇ ਆਏ ਹੈਗੇ ਆ। ਲੇਕਿਨ ਪਿਛਲੇ ਪਾਸੇ ਟੀਮ ਹੋਵੇ, ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ। ਜਿਹੜੇ ਸਾਡੇ ਦੇਖਣ ਵਿੱਚ ਚਿਹਰੇ ਨਜ਼ਰ ਆਏ ਹੈਗੇ ਆ, ਮੈਂ ਤੁਹਾਨੂੰ ਨਾਂ ਵੀ ਗਿਣਾ ਦਿੰਦਾ। ਮੈਂ ਨਿਸ਼ਚਿੰਤ ਹੋ ਕੇ ਨਾਂ ਲੈਣਾ ਨਾ, ਬੇਡਰ ਹੋ ਕੇ ਨਾਂ ਲੈਣਾ ਨਾ। ਚਾਹੇ ਕੋਈ ਸਰਕਾਰ ਦਾ ਬੰਦਾ ਗੁੱਸਾ ਕਰੇ, ਜੋ ਮਰਜ਼ੀ ਕਰੇ, ਆਪਾਂ ਨੂੰ ਕੋਈ ਟੈਨਸ਼ਨ ਨਹੀਂ ਇੱਦਾਂ ਦੀ। ਮਨਦੀਪ ਸਿੰਘ ਗੋਰਾ ਭਾਜੀ ਜਿਹੜੇ ਅਟਵਾਲ ਹਾਊਸ ਵਾਲੇ ਹੈਗੇ ਆ, ਠੀਕ ਆ ਨਾ, ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਨੀਡੀ ਪਰਿਵਾਰਾਂ ਦੀ ਜਿਹੜੀ ਹੈਲਪ ਕਰਨੀ ਚਾਲੂ ਕੀਤੀ ਸੀ, ਉਹਨੇ 7 ਤਰੀਕ ਨੂੰ, 7 ਮਾਰਚ ਨੂੰ ਆਪਣਾ ਸਮਾਨ ਲੈ ਕੇ ਡੰਪ ਕਰਤਾ। ਮੈਂ ਪਹਿਲਾਂ ਵੀ ਲਾਈਵ ਵਿੱਚ ਦੱਸਿਆ ਹੈਗਾ, ਜਿੱਥੇ ਕਿ ਸਰਕਾਰ ਨੂੰ ਵਰਕ ਕਰਨਾ ਚਾਹੀਦਾ ਸੀ, ਉਹ ਸਰਕਾਰ ਨੇ ਅਣਗਹਿਲੀ ਕੀਤੀ ਹੈਗੀ ਆ। ਉੱਥੇ ਗੋਰਾ ਭਾਈ ਨੇ ਆਪਣਾ ਗੁੱਡ ਵਰਕ ਕੀਤਾ, ਸਲੂਟ ਆ ਉਸ ਇਨਸਾਨ ਨੂੰ। ਉਹਨਾਂ ਤੋਂ ਬਾਅਦ ਮਤਵਿੰਦਰ ਸਿੰਘ ਸੋਨੂ ਜੀ ਹੈਗੇ ਆ, ਸੀਕੋ ਪੈਲਸ ਅਪਰਾ ਵਿੱਚ ਵੀ ਉਹਨਾਂ ਦਾ ਹੈਗਾ ਜਿਹੜਾ ਕੰਮ ਕਰਦੇ ਹੈਗੇ ਆ, ਉਹਨੇ ਵੀ ਬਹੁਤ ਵਧੀਆ ਕੰਮ ਕੀਤਾ। ਉਹਨਾਂ ਮੋਹਨ ਭਾਜੀ ਹੈਗੇ ਆ, ਸੁਰਿੰਦਰ ਪਵਾਰੀ ਜੀ ਹੈਗੇ ਆ, ਕੁਲਦੀਪ ਡਾਕਟਰ ਜੀ ਹੈਗੇ ਆ। ਉਹਨਾਂ ਤੋਂ ਜਿਹੜੇ ਆਪਣੇ ਸਾਰੇ ਇੱਥੇ ਜਿੱਥੇ ਆਪਾਂ ਖੜੇ ਆ, ਜਿਨ੍ਹਾਂ ਨੇ ਐਡਾ ਵੱਡਾ ਕਾਰੋਬਾਰ ਜਿਹਨੇ ਇਹ ਚਾਲੂ ਕੀਤਾ ਸੀਗਾ, ਇਹ ਗੋਦਾਵਰ ਸਿੰਘ ਜੀ ਲੋਹਗੜ੍ਹ ਤੋਂ ਹੈਗੇ ਆ। ਗੋਦਾਵਰ ਸਿੰਘ ਗਾਬਾ ਜੀ ਹੈਗੇ ਆ, ਜਿਹੜੇ ਉਹਨੇ ਬਹੁਤ ਵਧੀਆ ਇਸ ਇਲਾਕੇ ਦੇ ਲੋਕਾਂ ਦੀ ਜਿਹੜੀ ਬਾਂਹ ਫੜੀ ਆ। ਇਹ 8 ਇਨਸਾਨਾਂ ਨੇ ਜਿਹੜੀ ਬਾਂਹ ਫੜੀ ਆ ਨਾ,
ਕਾਬਲੇ ਤਾਰੀਫ ਆ, ਸਲੂਟ ਆ ਇਹਨਾਂ ਇਨਸਾਨਾਂ ਨੂੰ। ਮੈਂ ਇੱਕ ਵਾਰੀ ਫਿਰ ਆਪਣੇ ਇਲਾਕਾ ਵਾਸੀ ਨੂੰ ਕਹਿਣਾ ਚਾਹੁੰਦਾ ਵੀ ਇਹ ਨਾ ਇਨਸਾਨਾਂ ਦਾ ਤੁਸੀਂ ਦਿੱਤਾ ਨਹੀਂ ਦੇ ਸਕਦੇ ਕਦੀ ਵੀ, ਜਿਨ੍ਹਾਂ ਨੇ ਤੁਹਾਡੀ ਬਾਂਹ ਫੜੀ ਆ ਨਾ ਇਸ ਦੁੱਖ ਦੇ ਟਾਈਮ ਵਿੱਚ, ਇਹਨਾਂ ਦਾ ਤੁਸੀਂ ਦਿੱਤਾ ਨਹੀਂ ਕਦੀ ਦੇ ਸਕਦੇ ਨਾ ਤੁਹਾਡੀ ਤਾਂ ਇਹਨਾਂ ਨੂੰ ਇਸ ਇਨਸਾਨਾਂ ਨੂੰ ਤੁਹਾਡੇ 'ਤੇ ਕੋਈ ਲੋੜ ਨਹੀਂ ਹੈਗੀ। ਲੋੜ ਅਲੱਗ ਚੀਜ਼ ਆ, ਜਾਣੀ ਕਿ ਤੁਹਾਡੇ 'ਤੇ ਕੋਈ ਲਾਲਚ ਵਾਲੀ ਚੀਜ਼ ਨਹੀਂ, ਵੀ ਲਾਲਚ ਹੁੰਦੀ ਵੀ ਤਾਂ ਵੋਟਾਂ ਪੈਣੀਆਂ ਜੀ, ਮੈਨੂੰ ਵੋਟਾਂ ਦੀ ਲੋੜ ਆ, ਮੈਂ ਆਪਣੇ ਵੋਟਰਾਂ ਦੀ ਜਿਹੜੀ ਸੇਵਾ ਕਰਾਂ, ਨਥਿੰਗ ਇੱਦਾਂ ਦੇ ਨਹੀਂ। ਇਹ ਵਧੀਆ ਇਨਸਾਨ ਹੈਗੇ ਆ, ਅੱਗੇ ਤੋਂ ਵੀ ਸੇਵਾ ਕਰਦੇ ਰਹਿਣਗੇ, ਸੇਵਾ ਕਰਦੇ ਆ ਇਹਦਾ ਇੱਦਾਂ ਹੀ ਸੇਵਾ ਕਰਦੇ ਰਹਿਣਗੇ। ਇਹ ਸਾਰੇ ਇਨਸਾਨਾਂ ਨੂੰ ਮੇਰਾ ਦਿਲੋਂ ਸਲੂਟ ਆ, ਠੀਕ ਆ ਨਾ। ਬਾਕੀ ਜਿਹੜੀ ਦੁੱਖ ਦੀ ਘੜੀ ਆ ਇਹਦੇ ਵਿੱਚ ਬ੍ਰਦਰ ਮੈਂ ਦੱਸ ਦਿੰਦਾ ਸਾਰਿਆਂ ਨੂੰ, ਇੱਕ ਦੂਜੇ ਦੀ ਹੈਲਪ ਕਰੋਗੇ ਤਾਂ ਬਚ ਜਾਓਗੇ। ਜੇ ਤੁਸੀਂ ਆਪਣਾ ਸਵਾਰਥ ਦੇਖਣ ਲੱਗ ਪਿਆ ਨਾ ਤਾਂ ਤੁਸੀਂ ਅੱਜ ਵੀ ਮਰੇ ਤਾਂ ਕੱਲ੍ਹ ਵੀ ਮਰੇ, ਕਿਉਂ ਬਿਮਾਰੀ ਇੱਦਾਂ ਦੀ ਆ, ਇਹਦਾ ਇਲਾਜ ਹੈ ਨਹੀਂ ਕੋਈ ਵੀ, ਠੀਕ ਆ ਨਾ। ਜਿਹੜੀਆਂ ਸਰਕਾਰਾਂ ਹੈਗੀਆਂ ਉਹ ਫੇਲ ਹੈਗੀਆਂ ਇੱਥੇ। ਤੁਸੀਂ ਹੋਰ ਥੋੜ੍ਹਾ ਜਿਹਾ ਸਰ ਠਹਿਰ ਜਾਓ, ਥੋੜ੍ਹਾ ਜਿਹਾ ਹੋ ਸਕਦਾ ਜੀ ਸਰਕਾਰ ਜੇ ਇਸੀ ਨਾਕਾਮੀ ਵਾਲਾ ਕੰਮ ਕਰਦੀ ਰਹੀ ਤਾਂ ਨਹੀਂ ਲੋਕਡਾਊਨ ਵੀ ਖੋਲ੍ਹ ਦੇਣਾ। ਸੋ ਮੈਂ ਤੁਹਾਨੂੰ ਇੱਕ ਸਵਾਲ ਇੱਥੇ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਡਿਟੇਲ ਦੇ ਵਿੱਚ ਸਾਰਾ ਦੱਸ ਦਿੱਤਾ, ਜਿਹੜੇ ਕੁਛ ਕੁ ਬੰਦੇ ਜਿਹੜੇ ਚੁਣਵੇਂ ਗਿਣਵੇਂ ਬੰਦੇ ਜਿਹੜੇ ਫਰੰਟ ਲਾਈਨ ਦੇ ਉੱਤੇ ਆ ਕੇ ਜਿਹੜੇ ਕਰੋਨਾ ਵਾਰੀਅਰ ਕਹਿ ਸਕਦਾ ਮੈਂ ਉਹਨਾਂ ਨੂੰ, ਜਿਹੜੇ ਆਪਣੀ ਸੇਵਾ ਨਿਭਾ ਰਹੇ ਨੇ, ਜਿਹੜਾ ਕਿ ਇੱਕ ਅੰਨਦਾਤਾ ਇਸ ਵਕਤ ਦੇ ਜਿਨ੍ਹਾਂ ਨੂੰ ਮੈਂ ਨਾਮ ਦੇ ਸਕਦਾ ਆ, ਉਹ ਮੂਹਰੇ ਆਏ ਹੈਗੇ ਆ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਂ ਕੁਛ ਲੀਡਰ ਜਿਹੜੇ ਆ ਮੂਹਰੇ ਆ ਕੇ ਜਦੋਂ ਉਹ ਚੀਜ਼ ਨੂੰ ਡੋਨੇਟ ਕਰਦੇ ਆ, ਉਹ ਜਿਹੜਾ ਇੱਕ ਉਸ ਚੀਜ਼ ਦੇ ਵਿੱਚ ਥੋੜ੍ਹੀ ਜਿਹੀ ਕਨਫਿਊਜ਼ਨ ਰਹਿੰਦੀ ਆ ਲੋਕਾਂ ਨੂੰ। ਮੈਂ ਪਹਿਲਾਂ ਵੀ ਤੁਹਾਨੂੰ ਇਹੀ ਸਵਾਲ ਕੀਤਾ ਸੀ ਵੀ ਕਨਫਿਊਜ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਹੈਗੀ ਆ ਵੀ ਇਹ ਜਿਹੜਾ ਰਾਸ਼ਨ ਇਹ ਆਉਂਦਾ ਕਿੱਥੋਂ ਆ ਔਰ ਕੌਣ ਦਿੰਦਾ, ਇਹਦੇ ਬਾਰੇ ਕੀ ਵਿਚਾਰ? ਭਾਜੀ ਤੁਹਾਨੂੰ ਦੱਸ ਦੇਣਾ, ਤੁਹਾਡਾ ਕਹਿਣ ਦਾ ਮਤਲਬ ਆ ਵੀ ਜਿਹੜਾ ਲੋਕਾਂ ਵਿੱਚ ਲੀਡਰ ਸਮਾਨ ਬਣ ਜਾਂਦੇ ਉਹ ਆਉਂਦਾ ਕਿੱਥੋਂ ਆ, ਠੀਕ ਆ ਨਾ ਜੀ। ਉਹ ਤੁਹਾਡਾ ਮੈਂ ਕਨਫਿਊਜ਼ਨ ਕਰ ਦਿੰਦਾ। ਜਿਹੜਾ ਲੋਕਾਂ ਵਿੱਚ ਜਿਹੜੇ ਲੀਡਰ ਸਮਾਨ ਵੰਡਣ ਜਾਂਦੇ ਆ, ਠੀਕ ਆ ਨਾ, ਉੱਥੇ ਜਾ ਕੇ ਆਪਣੀਆਂ ਫੋਟੋ ਖਿਚਵਾਉਂਦੇ ਸਾਰੇ, ਇੱਦਾਂ ਹੀ ਸਾਰੇ ਆਪਣੇ ਫਰੈਂਡਲੀ ਸਰਕਲ ਹੈਗਾ। ਉਹ ਜਿਹੜਾ ਸਰਕਾਰ ਵੱਲੋਂ ਜਿਹੜਾ ਰਾਸ਼ਨ ਹੈਗਾ ਨਾ ਉਹ ਆਉਂਦਾ ਸਰਕਾਰ ਵੱਲੋਂ ਹੀ ਆ, ਲੇਕਿਨ ਉਹਦਾ ਜਿਹੜਾ ਰਾਸ਼ਨ ਹੈਗਾ ਉਹ ਸਰਕਾਰੀ ਅਫਸਰਾਂ ਕੋਲ ਜਾਣਾ ਚਾਹੀਦਾ ਸੀ। ਉਹ ਸਰਕਾਰੀ ਅਫਸਰ ਹੀ ਵੰਡਦੇ ਉਸ ਚੀਜ਼ ਨੂੰ, ਠੀਕ ਆ ਨਾ। ਉਹ ਕਿਹਨਾਂ ਨੂੰ ਦੇਣਾ ਹੈਗਾ, ਕਿਹੜੇ ਨੀਡੀ ਪਰਿਵਾਰ ਹੈਗੇ ਆ, ਉਹ ਉਹਨਾਂ ਸਰਕਾਰੀ ਅਫਸਰਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ। ਲੇਕਿਨ ਇੱਥੇ ਵੀ ਵਿਤਕਰਾ ਹੋਇਆ। ਜਦੋਂ ਤੁਸੀਂ ਕਿਸੇ ਆਪਣੇ ਲੀਡਰ ਦੇ ਜ਼ਰੀਏ ਤੁਸੀਂ ਆਪਣਾ ਰਾਸ਼ਨ ਪਾਣੀ ਵੰਡਦੇ ਹੋ ਜਾਂ ਕਿਤੇ ਨਾ ਕਿਤੇ, ਉੱਥੇ ਕਿਤੇ ਨਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਉੱਥੇ ਵਿਤਕਰਾ ਹੋਣਾ ਹੀ ਹੋਣਾ। ਉੱਥੇ ਉਹ ਇੱਕ ਕਹਾਵਤ ਹੈਗੀ ਆ, ਅੰਨਾ ਵੰਡੇ ਰੇੜੀਆਂ ਮੁੜਵੜਾ ਆਪਣਿਆਂ ਨੂੰ, ਉਹ ਦੁਬਾਰਾ ਉੱਥੇ ਕਹਾਵਤ ਪੂਰੀ ਫਿੱਟ ਹੋ ਜਾਂਦੀ ਆ, ਠੀਕ ਆ ਨਾ। ਉਹ ਤੁਹਾਡੀ ਗੱਲ ਸਹੀ ਹੈਗੀ ਆ। ਇਹ ਜਿਹੜਾ ਪਿੱਛੋਂ ਰਾਸ਼ਨ ਆਇਆ ਹੈ ਸਰਕਾਰ ਦਾ ਹੀ ਆ, ਲੇਕਿਨ ਆਉਣਾ ਪ੍ਰਸ਼ਾਸਨ ਅਧਿਕਾਰੀਆਂ ਦੇ ਜ਼ਰੀਏ ਆਉਣਾ ਚਾਹੀਦਾ ਸੀ, ਲੋਕਾਂ ਵਿੱਚ ਵੰਡ ਹੋਣਾ ਚਾਹੀਦਾ ਸੀ, ਨਾ ਕਿ ਲੀਡਰਾਂ ਦੇ। ਹਾਂ, ਨਾ ਕਿ ਲੀਡਰਾਂ ਦੇ ਵਿੱਚ। ਇਹ ਕਿਤੇ ਨਾ ਕਿਤੇ ਜਿਹੜਾ ਵੋਟ ਬੈਂਕ ਜਿਹੜਾ ਕਾਇਮ ਕਰਨ ਲਈ ਜਿਹੜਾ ਇਹ ਲੀਡਰਾਂ ਵਿੱਚ ਜਿਹੜਾ ਇਹ ਰਾਸ਼ਨ ਵੰਡਿਆ ਹੈਗਾ, ਵੋਟ ਬੈਂਕ ਨੂੰ ਕਾਇਮ ਕਰਨ ਲਈ ਰੱਖਿਆ ਗਿਆ ਹੈਗਾ। ਸੋ ਮੈਂ ਇੱਕ ਛੋਟੀ ਜਿਹੀ ਗੱਲ ਥੋੜ੍ਹੇ ਸਮੇਂ ਦੇ ਵਿੱਚ ਨਿਬੇੜਨੀ ਚਾਹੁੰਦਾ, ਇੱਕ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦਾ ਸੀਨੀਅਰ ਹੋਣ ਦੇ ਨਾਤੇ। ਆਪਣੇ ਹਲਕੇ ਦੇ ਵਿੱਚ ਜਿਹੜੇ ਆਪਣੇ MLA ਸਾਹਿਬਾਨ ਨੇ ਜਾਂ MP ਸਾਹਿਬਾਨ ਨੇ, ਕੀ ਉਹ ਵੀ ਫਰੰਟ ਲਾਈਨ ਦੇ ਉੱਤੇ ਉਤਰ ਕੇ ਲੋਕਾਂ ਦੀ ਬਾਂਹ ਫੜੀ? ਕਿਸੇ ਨੇ ਲੋਕਾਂ ਦੇ ਘਰਾਂ ਜਾ ਕੇ ਕਿਸੇ ਨੇ ਹੁਣ ਤੱਕ ਪੁੱਛਿਆ ਜਦੋਂ ਤੋਂ ਲੋਕਡਾਊਨ ਸਟਾਰਟ ਆ, ਉਹਦੇ ਬਾਰੇ ਕੀ ਰਾਏ ਹੈਗੀ ਔਰ ਕੀ ਦੇਖਿਆ ਤੁਸੀਂ ਫੀਲਡ 'ਚ ਰਹਿੰਦੇ ਹੋ? ਵਿਪਨ ਜੀ, ਮੈਂ ਹੁਣ ਕਿਸੇ ਨੂੰ ਇੱਕ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ। ਤੁਸੀਂ ਕਿਤੇ ਨਾ ਕਿਤੇ ਦੁੱਖ ਦੀ ਰੱਖ 'ਤੇ ਹੱਥ ਰੱਖਦੇ ਕਿਸੇ ਨੇ ਵੀ। ਦੇਖੋ, ਮੈਂ ਜੇ ਮੌਜੂਦਾ MLA ਦੀ ਗੱਲ ਕਰਾਂ, ਕਹਿੰਦੇ ਨੇ ਜਿਸ ਕੀ ਲਾਠੀ ਉਸ ਕੀ ਵੈਸ, ਠੀਕ ਹੈ ਨਾ। ਜਿਹਦੀ ਸਰਕਾਰ ਹੁੰਦੀ ਆ ਉਹਦਾ ਹੀ ਸਾਰਾ ਕੁਝ ਹੁੰਦਾ। MLA ਆਪਣੇ ਮੌਜੂਦਾ ਹੈਗੇ ਅਕਾਲੀ ਦਲ ਸਰਕਾਰ ਦੇ, ਠੀਕ ਆ ਨਾ। ਉਹਨਾਂ ਦੀ ਉੱਤੇ ਆਪਣੀ ਸਰਕਾਰ ਨਹੀਂ ਹੈਗੀ, ਪੰਜਾਬ ਸਰਕਾਰ ਨਹੀਂ ਹੈਗੀ ਉਹਨਾਂ ਦੀ, ਕਿਉਂ ਉੱਥੇ ਆਪਣੀ ਇਸ ਦੀ ਸਰਕਾਰ ਹੈਗੀ ਆ, ਉਹ ਹੈਗੀ ਆ ਕਾਂਗਰਸ ਦੀ, ਠੀਕ ਆ ਨਾ। ਇਸ ਕਰਕੇ ਕਿਤੇ ਨਾ ਕਿਤੇ ਵਿਚਾਰਾ ਜਿਹੜਾ MLA ਸਾਹਿਬ ਹੈਗੇ ਆ ਉਹ ਥੋੜ੍ਹਾ ਜਿਹਾ ਬੈਕਫੁੱਟ ਦੇ ਕੇ ਸੇਵਾ ਕਰਦੇ ਆ। ਇਹ ਨਹੀਂ ਵੀ ਨਹੀਂ ਕਰਦੇ, ਅਸੀਂ ਦੇਖਦੇ ਹਾਂ ਲੋਕਾਂ 'ਚ ਵਿਚਰਦੇ ਆ, ਉਹਦੀਆਂ ਪਿਕ ਫੋਟੋਆਂ ਜਿਹੜੀਆਂ ਸਾਰੀਆਂ ਵਾਇਰਲ ਹੁੰਦੀਆਂ, ਸਾਰਾ ਕੁਝ ਕਰਦੇ ਆ, ਲੇਕਿਨ ਜਿੰਨੀ ਹੋਣੀ ਚਾਹੀਦੀ ਸੀ ਉਨੀ ਉਹ ਸੇਵਾ ਨਹੀਂ ਕਰ ਸਕਦੇ ਉਹ। ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ MP ਸਾਹਿਬ ਵੀ ਨੇ ਆਪਣੇ ਹਲਕੇ ਤੋਂ, ਮਾਨਯੋਗ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਪਾਰਲੀਮੈਂਟ ਨੇ, ਮੈਂਬਰ ਪਾਰਲੀਮੈਂਟ ਜਲੰਧਰ ਤੋਂ, ਜਿਹੜੇ ਉਹ ਵੀ ਕਾਫੀ ਮਤਲਬ ਦੁਨੀਆ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ, ਵਧੀਆ ਲੀਡਰ ਮੰਨੇ ਗਏ ਆ। ਉਹਨਾਂ ਦੇ ਬਾਰੇ ਕੀ ਵਿਚਾਰ ਆ? ਕੀ ਉਹ ਵੀ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਲਈ ਕਿਤੇ ਨਾ ਕਿਤੇ ਖੜੇ ਹੋਏ ਜਾਂ ਨਹੀਂ ਖੜੇ ਹੋਏ? ਇੱਥੇ ਵਿਪਨ ਜੀ ਦੱਸਣ ਵਾਲੀ ਗੱਲ ਹੈਗੀ ਆ। ਹਾਂ, ਉਹ MP ਸਾਹਿਬ ਹੈਗੇ ਆ, ਆਪਣੇ ਇਲਾਕੇ ਦੇ ਹੈਗੇ ਆ, ਇਲੈਕਟਡ ਮੈਂਬਰ ਹੈਗੇ ਆ, ਜ਼ਿੰਮੇਵਾਰ ਮੈਂਬਰ ਹੈਗੇ ਆ। ਚਲੋ, ਚੌਧਰੀ ਸਾਹਿਬ ਜੇ ਫੀਲਡ ਵਿੱਚ ਘੱਟ ਆਏ ਤਾਂ ਉਹਦੇ ਜਿਹੜਾ ਲਖਤੇ ਜਿਗਰ ਹੈਗੇ ਆ ਉਹ ਬਿਕਰਮਜੀਤ ਚੌਧਰੀ ਜੀ, ਉਹ ਵੀ ਕਾਫੀ ਲੋਕਾਂ ਵਿੱਚ ਫਲੋਰ ਦੇ ਇਲਾਕੇ ਵਿੱਚ ਕਾਫੀ ਨਜ਼ਰ ਆਉਂਦੇ ਹੈਗੇ ਆ, ਰਾਸ਼ਨ ਬਣਦੇ ਨਜ਼ਰ ਆਉਂਦੇ ਆ, ਚਾਹੇ ਉਹ ਸਰਕਾਰੀ ਰਾਸ਼ਨ ਹੈਗਾ, ਜੋ ਜਿੱਦਾਂ ਵੀ ਹੈਗਾ, ਲੇਕਿਨ ਲੋਕਾਂ ਵਿੱਚ ਵਿਚਰਦੇ ਆ, ਠੀਕ ਆ ਨਾ। ਕਿਤੇ ਨਾ ਕਿਤੇ ਉਹ ਲੋਕਾਂ ਦੀ ਲੋੜ ਆ, ਜਿੰਨੀ ਕੁ ਉਹਨਾਂ ਦੇ ਆਪਣੇ ਮੁਤਾਬਕ ਜਿੰਨੀ ਕੁ ਉਹ ਕਰ ਸਕਦੇ ਆ, ਉਹ ਵੀ ਕਰਦੇ ਹੈਗੇ ਆ। ਸੋ ਥੈਂਕ ਯੂ। ਇਸ ਵਕਤ ਸਾਡੇ ਕੋਲ ਮੌਜੂਦ ਹੈਗੇ ਸਾਡੇ ਸੀਨੀਅਰ ਪੱਤਰਕਾਰ ਪ੍ਰਭੂਪਾਲ ਜੀ। ਸੋ ਉਹਨਾਂ ਨਾਲ ਵਿਚਾਰ ਸਾਂਝੇ, ਗੱਲਾਂ ਥੋੜ੍ਹੀਆਂ ਲੰਬੀਆਂ ਚੱਲ ਗਈਆਂ, ਗੁਸਤਾਖੀ ਮਾਫ, ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹਰ ਚੀਜ਼ ਦਾ, ਕਿੱਦਾਂ ਦੇ ਮੌਕੇ 'ਤੇ ਕਿੱਦਾਂ ਦੀ ਗੱਲ ਕਰਨੀ ਸੀ। ਪਰ ਇਹ ਗੱਲਾਂ ਜਿਹੜੀਆਂ ਵਿੱਚ ਇਨਵੋਲਵ ਕਰਨੀਆਂ ਜ਼ਰੂਰੀ ਸੀ, ਕਿਉਂਕਿ ਲੋਕਾਂ ਦੀ ਗੱਲ ਸੀ, ਲੋਕਾਂ ਦੇ ਹੱਕਾਂ ਦੀ ਗੱਲ ਸੀ, ਭੁੱਖੇ ਲੋਕਾਂ ਤੱਕ ਰੋਟੀ ਲੈ ਕੇ ਜਾਣ ਦੀ ਗੱਲ ਸੀ।
ਇਸ ਵਕਤ ਸਾਡੇ ਕੋਲ ਇਸ ਲੰਗਰ ਨੂੰ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਉਹ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੀ ਸਾਡਾ ਫਰਜ਼ ਬਣਦਾ ਆ। ਜਿਨ੍ਹਾਂ ਨੇ 30 ਦਿਨ ਲੰਗਰ ਬਣਾਇਆ ਸਾਡੇ ਕੋਲ ਮੌਜੂਦ ਨੇ ਹਲਵਾਈ, ਜਿਨ੍ਹਾਂ ਨੇ ਜਿਹੜੀ ਸੇਵਾ ਕੀਤੀ ਸਾਡੇ ਕੋਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਆ। ਤੁਸੀਂ ਮੈਨੂੰ ਪਹਿਲਾਂ ਤੇ ਆਪਣਾ ਨਾਮ ਦੱਸੋ ਸਰ। ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ, ਤੁਹਾਡਾ ਕੀ ਨਾਮ ਹੈਗਾ ਭਾਜੀ? ਲੋਚਨ ਸ਼ਰਮਾ। ਹਾਂਜੀ, ਲੋਚਨ ਸ਼ਰਮਾ। ਸੁਰਿੰਦਰਪਾਲ ਜੀ ਔਰ ਲੋਚਨ ਸ਼ਰਮਾ ਜੀ ਹਲਵਾਈ ਹੈਗੇ ਆ, ਜਿਹੜੇ 30 ਦਿਨ ਤੋਂ ਇੱਥੇ ਲੰਗਰ ਪਕਾ ਰਹੇ ਨੇ, ਉਹ ਸਾਡੇ ਕੋਲ ਮੌਜੂਦ ਹੈਗੇ ਨੇ। ਸੋ ਭਾਜੀ ਕਿੱਦਾਂ ਲੱਗਿਆ ਤੁਹਾਨੂੰ ਜਿਹੜਾ 30 ਦਿਨ ਤੁਸੀਂ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਲੰਗਰ 30 ਦਿਨ ਪਕਾਇਆ, ਇੱਥੇ ਸੇਵਾ ਕੀਤੀ ਆ, ਕੀ ਇਹਦੇ ਤੁਸੀਂ ਆਪਣੇ ਚਾਰਜਸ ਜਾਂ ਜਿਹੜੀ ਤੁਹਾਡੀ ਪੈਸੇ ਬਣਦੇ ਹੁੰਦੇ ਉਹ ਲੈ ਹੈਗੇ ਆ? ਕੋਈ ਚਾਰਜ ਨਹੀਂ, ਸੇਵਾ ਹੀ ਕੀਤਾ ਜੀ। ਸੇਵਾ ਕੀਤਾ ਜੀ। ਸੇਵਾ ਹੀ ਕੀਤੀ। ਹਾਂਜੀ, ਰੂਹ ਧਨ ਤੇ ਕੀਤਾ ਜੀ, ਸਾਰੇ ਸੇਵਾ ਕੀਤਾ। ਸੇਵਾ ਕੀਤੀ ਹੈ, ਧੰਨਵਾਦ। ਇਹ ਕਿੱਦਾਂ ਰਹੀ ਤੁਹਾਡੀ ਸੇਵਾ, ਜਿਹੜਾ 30 ਦਿਨ ਤੁਸੀਂ ਇੱਥੇ ਲਗਾਤਾਰ ਸੇਵਾਵਾਂ ਨਿਭਾਈਆਂ ਆ, ਉਹਦੇ ਬਾਰੇ? ਵਧੀਆ ਰਿਹਾ ਜੀ, ਬਹੁਤ ਵਧੀਆ। ਵਧੀਆ ਰਿਹਾ, ਵਧੀਆ ਰਿਹਾ। ਸੇਵਾ ਕਰਦੇ ਹਾਂ ਅਸੀਂ, ਹੈਗੇ ਕੰਮ ਕਰਨ ਵਾਲੇ ਬੰਦੇ ਆ, ਨਹੀਂ ਮੂਹਰੇ ਕੰਮ ਚੱਲਦਾ, ਅਸੀਂ ਇੱਥੇ ਲੱਗੇ ਮੈਂ ਚਲ ਬਾਬੇ ਸੇਵਾ ਕਰ ਲੈਂਦੇ ਆ। ਸੋ ਤੁਸੀਂ ਪੈਸੇ ਜਿੱਦਾਂ ਨਹੀਂ ਲਏ ਹੈਗੇ, ਘਰਾਂ 'ਚ ਤੁਹਾਨੂੰ ਪ੍ਰੋਬਲਮ ਨਹੀਂ ਆਈ ਜਾਂ ਤੁਹਾਡੇ ਘਰ ਦੇ ਜਾਂ ਤੁਹਾਡੀ ਵਾਈਫ ਤੁਹਾਡੇ ਬੱਚਿਆਂ ਨੇ ਕਿਹਾ ਨਹੀਂ ਤੁਸੀਂ ਉੱਥੇ ਫ੍ਰੀ 'ਚ ਲੱਗੇ ਹੋਏ ਆ, ਸਾਨੂੰ ਪੈਸਿਆਂ ਦੀ ਲੋੜ ਆ? ਕਹਿਣਾ ਕੀ ਹੈ, ਰੋਟੀ ਪਾਣੀ ਚਲੋ ਬਾਬੇ ਨੇ ਦੇਈ ਜਾਂਦੇ, ਲੈ ਜਾਂਦੇ ਆ। ਬਾਕੀ ਫਜ਼ੂਲ ਖਰਚਾ ਘਰ ਦੇ ਤਾਂ ਹੁੰਦਾ ਹੀ ਹੈ, ਲੂਣ ਵੇ ਤੇਲ, ਬਾਕੀ ਤਾਂ ਮਾੜਾ ਮੋਟਾ ਹੁੰਦਾ ਹੀ ਹੈ, ਦੁੱਧ ਖਾਣ ਲਿਆਣਾ ਹੁੰਦਾ, ਉਹ ਇੱਦਾਂ ਟਾਈਮ ਪਾਸ ਕਰਦੇ ਸੀ। ਸੋ ਲਾਲਚ ਨਹੀਂ ਇੱਦਾਂ, ਲਾਲਚ ਨਹੀਂ। ਸੋ ਇਹਨਾਂ ਨੇ ਦੱਸਿਆ ਵੀ ਜਿਹੜੀ ਨਿਸ਼ਕਾਮ ਸੇਵਾ ਕੀਤੀ ਆ, ਔਰ ਗੁਰਦਾਵਰ ਸਿੰਘ ਗਾਬਾ ਜੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਆਰੰਭਿਆ ਔਰ ਜਿਨ੍ਹਾਂ ਨੇ ਲੰਗਰ ਰੋਜ਼ਾਨਾ ਬਣਾਇਆ, ਲੋਕਾਂ ਤੱਕ ਪਹੁੰਚਾਇਆ, ਜਿਹੜੇ ਤੁਹਾਡੀ ਇੱਕ ਪਿੱਛੋਂ ਹੱਬ ਦੇ ਤੌਰ ਤੇ ਜਿਨ੍ਹਾਂ ਨੇ ਸਾਰਾ ਮੈਨੇਜ ਕੀਤਾ ਆ, ਉਹਨਾਂ ਬਾਰੇ ਕੀ ਵਿਚਾਰ ਆ ਤੁਹਾਡੇ, ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ? ਕੀ ਕਹਿਣਾ ਤੁਹਾਡਾ ਉਹਨਾਂ ਬਾਰੇ? ਉਹਨਾਂ ਦਾ ਵਧਾਈ ਦੇ ਪਾਤਰ ਆ ਜੀ, ਬਹੁਤ ਬਹੁਤ, ਜਿਨ੍ਹਾਂ ਨੇ ਗਰੀਬ ਬੰਦਿਆਂ ਦਾ ਸੋਚਿਆ, ਸਾਰਿਆਂ ਦਾ ਹੱਥ ਬਾਂਹ ਫੜੀ ਉਹਨਾਂ ਨੇ। ਕਿ ਸਾਨੂੰ ਤਾਂ ਪਤਾ ਨਹੀਂ ਸੀ, ਚਲੋ ਸਾਡੇ ਹੈਗਾ ਸਨੀ ਭਾਜੀ, ਉਹਨਾਂ ਨੇ ਕਿਹਾ ਸੇਵਾ ਕਰਨੀ, ਮੈਂ ਜ਼ਰੂਰ ਕਰਾਂਗਾ ਜੀ, ਸੇਵਾ ਜ਼ਰੂਰ ਕਰਾਂਗੇ। ਮੈਂ ਕਿਹਾ ਤੁਸੀਂ ਸਾਡੇ ਕਹੇ ਤੇ ਜ਼ਰੂਰ ਆਉਂਦੇ ਆ, ਸੇਵਾ ਕਰਦੇ ਆ ਤਾਂ ਖੁਸ਼ੀ ਖੁਸ਼ੀ ਕਰਨਾ ਚਾਹੀਦਾ। ਸੋ ਸੇਵਾ ਕਰਦੇ ਆ ਔਰ ਖੁਸ਼ੀ ਖੁਸ਼ੀ ਘਰ ਨੂੰ ਜਾਂਦੇ ਆ। ਬਹੁਤ ਹੀ ਵਧੀਆ ਵਿਚਾਰ, ਵਧੀਆ ਦਿਲ ਨੂੰ ਸਕੂਨ ਆ ਇਹਨਾਂ ਦੇ ਵੀ ਇਹਨਾਂ ਨੇ ਪੈਸੇ ਨਹੀਂ ਲਏ ਔਰ ਸੇਵਾ ਕੀਤੀ ਆ। ਔਰ ਗੁਰਦਾਵਰ ਸਿੰਘ ਗਾਬਾ ਜੀ ਜਿਨ੍ਹਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ, ਉਹਨਾਂ ਨੂੰ ਵੀ ਇਹਨਾਂ ਨੇ ਵਧਾਈ ਦਿੱਤੀ ਆ। ਬਹੁਤ ਵੱਡਾ ਇੱਕ ਮੈਸੇਜ ਆ। ਥੈਂਕ ਯੂ। ਇਸ ਵਕਤ ਸਾਡੇ ਕੋਲ ਮੈਨੇਜਮੈਂਟ ਕਮੇਟੀ ਜਿਹੜੀ ਲੰਗਰ ਦੀ ਹੈਗੀ ਆ, ਉਹਦੇ ਇੱਕ ਮੈਂਬਰ ਸਾਡੇ ਕੋਲ ਮੌਜੂਦ ਨੇ, ਉਹਨਾਂ ਤੋਂ ਵੀ ਸਾਰੀ ਜਾਣਕਾਰੀ ਲੈਂਦੇ ਆ ਜਿਹੜਾ ਇਹਨਾਂ ਦਾ 30 ਦਿਨ ਦਾ ਲੰਗਰ ਚੱਲਿਆ ਹੈਗਾ ਆ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਨਾਮ ਦੱਸਿਓ, ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਸ਼ੰਮੀ ਕੁਮਾਰ ਹੈ ਜੀ, ਅੱਪਰੇ ਤੋਂ, ਤੇ ਮੈਂ ਸ਼੍ਰੀ ਓਮ ਪ੍ਰਕਾਸ਼ ਹੋਮੀ ਪੈਂਟਰ ਉਹਨਾਂ ਦਾ ਜਿਹਦਾ ਲੜਕਾ ਆ। ਓਮ ਪ੍ਰਕਾਸ਼ ਜੀ ਤੁਹਾਡੇ ਪਿਤਾ ਦਾ ਨਾਮ ਆ, ਔਰ ਸ਼ੰਮੀ ਕੁਮਾਰ ਤੁਹਾਡਾ ਨਾਮ ਹੈਗਾ, ਔਰ ਤੁਸੀਂ ਮੈਨੇਜ ਕਮੇਟੀ ਦੇ ਇੱਥੇ ਮੈਂਬਰ ਹੈਗੇ ਹੋ, ਲੰਗਰ ਕਮੇਟੀ ਦੇ ਮੈਂਬਰ ਹੈਗੇ ਹੋ, ਜਿਹੜਾ ਲਗਾਤਾਰ ਚੱਲਿਆ ਆ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਔਰ ਜਿਹੜਾ ਤੁਹਾਡੇ ਇੱਕ ਪਿੱਛੇ ਜਿਹੜੀ ਇੱਕ ਹੱਬ ਦੇ ਤੌਰ ਦੇ ਉੱਤੇ ਜਿਹਨੇ ਕੰਮ ਕੀਤਾ ਗੁਰਦਾਵਰ ਸਿੰਘ ਗਾਬਾ, ਔਰ ਕੀ ਕਹਿਣਾ ਤੁਹਾਡਾ ਇਸ ਸਾਰੇ ਜਿਹੜਾ ਤੁਹਾਡਾ 30 ਦਿਨ ਦਾ ਇਹ ਸਫ਼ਰ ਆ? ਅਸੀਂ ਤਾਂ ਸਭ ਤੋਂ ਪਹਿਲਾਂ ਗੁਰਦਾਵਰ ਸਿੰਘ ਗਾਬਾ ਫਰੋਮ ਜੋ ਕਿ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਤੇ ਉਹਨਾਂ ਦੀ ਫੈਮਿਲੀ, ਉਹਨਾਂ ਦਾ ਤੇਜਿੰਦਰ ਕੌਰ ਫਗੂੜਾ ਤੇ ਉਹਨਾਂ ਦੇ ਬੱਚੇ ਸ਼ੌਨ, ਛੰਨੇ, ਰੋਕੀ ਭਾਜੀ, ਜਿਨ੍ਹਾਂ ਨੇ ਇਹ ਯੋਗਦਾਨ ਪਾਇਆ। ਤੇ ਉਹਨੇ ਇਹ ਖੁਦ ਡਿਸੀਜਨ ਲਿਆ ਕਿ ਕੋਈ ਵੀ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ, ਤੁਹਾਡੇ ਏਰੀਏ ਵਿੱਚ ਹਰ ਇੱਕ ਪਰਿਵਾਰ ਦੇ ਘਰ ਵਿੱਚ ਖਾਣਾ ਜਾਣਾ ਚਾਹੀਦਾ ਆ। ਤੇ ਇਸ ਤੋਂ ਇਲਾਵਾ ਇਹ ਉਹ ਪਹਿਲੀ ਵਾਰ ਉਹ ਨਹੀਂ ਇਹ ਕੰਮ ਕਰ ਰਹੇ, ਇਸ ਤੋਂ ਇਲਾਵਾ ਉਹ ਪਹਿਲਾਂ ਵੀ ਸ਼ੁਰੂ ਤੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਕਰਦੇ ਆ ਰਹੇ ਨੇ। ਜਦੋਂ ਵੀ ਇੰਡੀਆ ਆਉਂਦੇ ਨੇ ਉਹ ਹਰ ਇੱਕ ਦੀ ਸਹਾਇਤਾ ਕਰਦੇ ਨੇ ਜੋ ਵੀ ਉਹਨਾਂ ਦੇ ਕੋਲ ਪਹੁੰਚਦਾ ਹੈ। ਹਾਂਜੀ, ਤੇ ਅਸੀਂ ਇਸ ਤੋਂ ਇਲਾਵਾ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੀ ਕਮੇਟੀ ਮੈਂਬਰ ਨੇ ਉਹਨੇ ਬਹੁਤ ਮਿਹਨਤ ਨਾਲ ਇਹ ਕੰਮ ਕੀਤਾ ਤੇ ਹਰ ਇੱਕ ਪਰਿਵਾਰ ਨੂੰ ਖਾਣਾ ਪਹੁੰਚਾਇਆ ਜੋ ਲੋੜਵੰਦ ਲੋਕ ਨੇ। ਤੇ ਬਸ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਗੁਰਦਾਵਰ ਸਿੰਘ ਗਾਬਾ ਜੀ ਦਾ। ਸੋ ਇਹ ਮੈਨੇਜਮੈਂਟ ਕਮੇਟੀ ਜਿਹੜੀ ਇਹਨਾਂ ਦੀ ਲੰਗਰ ਸੀ ਉਹਦੇ ਮੈਂਬਰ ਸੀ, ਜਿਨ੍ਹਾਂ ਨੇ ਗੁਰਦਾਵਰ ਸਿੰਘ ਗਾਬਾ ਜੀ ਦਾ ਧੰਨਵਾਦ ਕੀਤਾ, ਔਰ ਇਹਨਾਂ ਨੇ ਦੱਸਿਆ ਵੀ ਜਿਹੜਾ ਇਹਨਾਂ ਦਾ 30 ਦਿਨ ਦਾ ਸਫ਼ਰ ਆ ਬਹੁਤ ਵਧੀਆ ਰਿਹਾ। ਲੰਗਰ ਦਾ ਅੱਜ ਜਿਹੜਾ ਲਾਸਟ ਦਿਨ ਚੱਲ ਰਿਹਾ ਆ, ਜੋ 30 ਦਿਨਾਂ ਦਾ ਜਿਹੜਾ ਟਾਈਮ ਸੀਗਾ ਲੰਗਰ ਦਾ ਪੂਰਾ ਹੋਣ ਤੋਂ ਬਾਅਦ ਅੱਜ 30ਵਾਂ ਦਿਨ ਔਰ ਲਾਸਟ ਦਿਨ ਆ, ਔਰ ਕਾਫੀ ਜਿਹੜਾ ਸਮਾਂ ਵੀ ਕਾਫੀ ਹੋ ਚੁੱਕਾ ਆ, ਹਨੇਰਾ ਹੋਣ ਜਾ ਰਿਹਾ ਆ। ਸੋ ਇਸ ਵਕਤ ਗੁਰਦਾਵਰ ਸਿੰਘ ਗਾਬਾ ਜੀ ਦਾ ਜਿਹੜਾ ਜੱਦੀ ਪਿੰਡ ਲੋਹਗੜ੍ਹ ਹੈਗਾ ਆ, ਉੱਥੇ ਪਹੁੰਚੇ ਹੋਏ ਆ, ਔਰ ਸਾਡੀ ਟੀਮ ਵੀ ਉੱਥੇ ਪਹੁੰਚੀ ਹੋਈ ਆ। ਕਾਫੀ ਲੋਕ ਜਿਹੜਾ ਲੰਗਰ ਲੈ ਕੇ ਚੱਲ ਗਏ, ਔਰ ਕੁਝ ਲੋਕ ਸਾਡੇ ਕੋਲ ਮੌਜੂਦ ਨੇ, ਕੁਝ ਲੋਕ ਅੱਗੇ ਜਾ ਕੇ ਵੀ ਇਹਨਾਂ ਨੇ ਵਰਤਾਉਣਾ। ਉਹਨਾਂ ਤੋਂ ਜਾਣਕਾਰੀ ਲੈਂਦੇ ਆ ਵੀ ਲੰਗਰ ਦੀ ਜਿਹੜੀ ਇਹ ਪ੍ਰਕਿਰਿਆ ਚੱਲੀ ਸਾਰੀ ਕਿੱਦਾਂ ਦਾ ਸੀਗਾ ਸਾਰਾ ਮਾਹੌਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਕੀ ਨਾਂ ਆ ਭਾਈ ਤੁਹਾਡਾ? ਪਹਿਲਾਂ ਨਾਮ ਭੁਪਿੰਦਰ ਸਿੰਘ ਜੀ, ਇੱਥੇ ਲੋਹਗੜ੍ਹ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਇੱਥੇ ਸੇਵਾ ਕਰ ਰਹੇ ਹਾਂ ਜੀ। ਇਹ ਸਾਡੇ ਕੋਲ ਇਸ ਵਕਤ ਭੁਪਿੰਦਰ ਸਿੰਘ ਜੀ ਮੌਜੂਦ ਨੇ ਜੋ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੇਵਾ ਕਰਦੇ ਨੇ, ਹੈੱਡ ਗ੍ਰੰਥੀ ਨੇ। ਸੋ ਤੁਹਾਨੂੰ ਜਾਣਕਾਰੀ ਲੈਣਾ ਚਾਹਾਂਗੇ, ਜਿਹੜਾ 30 ਦਿਨ ਇੱਥੇ ਲੰਗਰ ਚੱਲਿਆ ਹੈਗਾ ਆ, ਗੁਰਦਾਵਰ ਸਿੰਘ ਗਾਬਾ ਪਿੰਡ, ਇਸੇ ਵੀ ਪਿੰਡ ਦੇ ਜਿਹੜੇ ਮੌਜੂਦਾ
ਵਿਅਕਤੀ ਜਿਹੜੇ ਲੋਹਗੜ੍ਹ ਵਾਲੇ ਗਾਬਾ ਜੀ ਜਿਹੜੇ ਇੰਗਲੈਂਡ ਵਿੱਚ ਰਹਿੰਦੇ ਨੇ ਉਹਨਾਂ ਕੋਲੋਂ ਜਿਹੜਾ ਲੰਗਰ ਚਲਾਇਆ ਗਿਆ ਸੀ, ਕਿੱਦਾਂ ਦਾ ਸਫ਼ਰ ਰਿਹਾ ਇਹ 30 ਦਿਨ ਦਾ? 30 ਦਿਨ ਕੀ ਤੁਸੀਂ ਇੱਥੋਂ ਲੰਗਰ ਲੈ ਕੇ ਜਾਂਦੇ ਰਹੇ? ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ। ਹਾਂਜੀ, ਅਸੀਂ ਬੇਨਤੀ ਕਰਦੇ ਹਾਂ ਜੀ, ਅਸੀਂ ਲੋਹਗੜ੍ਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦੇ ਹਾਂ। ਸਾਨੂੰ ਥੋੜ੍ਹੇ ਦਿਨ ਹੋਏ ਆ ਤੇ ਬਹੁਤ ਹੀ ਵੱਡਾ ਉਪਰਾਲਾ ਕਰ ਰਹੇ ਆ ਮਹਾਰਾਜ ਜੀ। ਇਹ ਜੋ ਪਰਿਵਾਰ ਹਨ ਸਾਰੇ ਰਲ ਮਿਲ ਕੇ, ਜੋ ਸੰਗਤਾਂ ਰਲ ਮਿਲ ਕੇ, ਇਹ ਸਾਰੇ ਹੀ ਪਰਿਵਾਰ ਜਿੰਨੇ ਵੀ ਇੱਥੇ ਸੰਗਤਾਂ ਹਨ ਲੰਗਰ ਕੁਛ ਲੈ ਕੇ ਜਾ ਚੁੱਕੇ ਹਨ। ਅਸੀਂ ਲੰਗਰ ਲੈਣ ਆਏ ਸਨ, ਸੋ ਇੱਥੇ ਇਹਨਾਂ ਦੀ ਟੀਮ ਪਹੁੰਚੀ ਸੀ। ਸੋ ਬਹੁਤ ਹੀ ਵੱਡਾ ਇਹਨਾਂ ਦਾ ਉਪਰਾਲਾ, ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ, ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਬੱਚਿਆਂ ਨੂੰ ਪ੍ਰਦੇਸ਼ਾਂ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨ। ਮਹਾਰਾਜ ਇਸੇ ਤਰ੍ਹਾਂ ਗੁਰੂ ਦਾ ਲੰਗਰ ਅਟੁੱਟ ਵਰਤਦਾ ਰਹਿੰਦੇ, ਮਹਾਰਾਜ ਜੀ ਕਿਰਪਾ ਕਰੇ ਜੀ ਮਹਾਰਾਜ। ਸੋ ਜਿਸ ਤਰ੍ਹਾਂ ਇਹ ਲੰਗਰ ਤੁਸੀਂ 30 ਦਿਨ ਚੱਲਿਆ ਔਰ ਤੁਸੀਂ ਲੰਗਰ ਲਿਜਾ ਕੇ ਲੋਕ ਆਪਣਾ ਢਿੱਡ ਭਰਦੇ ਰਹੇ, ਜਿਸ ਤਰ੍ਹਾਂ ਹੁਣ ਲੰਗਰ ਦਾ ਲਾਸਟ ਦਿਨ ਸੀ, ਕੁਛ ਸਰਕਾਰ ਵੱਲੋਂ ਵੀ ਹਦਾਇਤਾਂ ਸੀ, ਉਹਨਾਂ ਕਾਰਨ ਇਹਨਾਂ ਨੂੰ ਲੰਗਰ ਆਪਣਾ ਰੋਕਣਾ ਪਿਆ। ਕੀ ਲੱਗਦਾ ਤੁਹਾਨੂੰ ਵੀ ਤੁਹਾਨੂੰ ਕੋਈ ਥੋੜ੍ਹੀ ਬਹੁਤੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਲੰਗਰ ਆਉਣਾ ਜਿਹੜਾ ਇਹ ਬੰਦ ਹੋ ਜਾਣਾ ਅੱਜ ਤੋਂ ਬਾਅਦ? ਹਾਂਜੀ, ਮੁਸ਼ਕਲਾਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪੈਣਾ ਜੀ, ਕਿਉਂਕਿ ਹੁਣ ਲੋਕਡਾਊਨ ਜਿਹੜਾ ਹੋਰ 10-15 ਦਿਨ ਵਧਾ ਦਿੱਤਾ ਗਿਆ ਹੈ। ਤੇ ਸੋ ਹੁਣ ਪਹਿਲਾਂ ਜਲੰਧਰ ਦੇ ਵਿੱਚ ਵੀ ਹੁਣ ਜ਼ਿਆਦਾ ਇਸ ਏਰੀਏ ਦੇ ਵਿੱਚ ਵੀ ਜ਼ਿਆਦਾ ਮਰੀਜ਼ ਵੱਧ ਚੁੱਕੇ ਹਨ, ਸੋ ਕਰਫਿਊ ਵੀ ਵੱਧ ਗਿਆ ਹੈ ਤੇ ਹੁਣ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਵੇਗਾ। ਹੋਰ ਅਸੀਂ ਮਦਦ ਕਰਦੇ ਹਾਂ ਸਮੂਹ ਸੰਗਤਾਂ ਦੇ, ਜੋ ਇਹਨਾਂ ਨੇ ਕਿਰਪਾ ਕੀਤੀ ਹੈ। ਸੋ ਸਾਰਿਆਂ ਨੇ ਰਲ ਮਿਲ ਕੇ ਇਸ ਕਿਰਪਾ ਕੀਤੀ ਹੈ, ਲੰਗਰ ਦੀ ਸੇਵਾ ਕੀਤੀ ਹੈ। ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ। ਸੋ ਆਸ ਕਰਦੇ ਹਾਂ ਫਿਰ ਇਹ ਇਸੇ ਤਰ੍ਹਾਂ ਹੋਰ ਵੀਰ ਭੈਣ ਭਰਾ ਸਾਰੇ ਰਲ ਮਿਲ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਰਲ ਕੇ ਇਸ ਤਰ੍ਹਾਂ ਦਾ ਫਿਰ ਉਪਰਾਲਾ ਕੀਤਾ ਜਾਵੇ। ਸੋ ਬੇਨਤੀ ਕਰਦੇ ਹਾਂ ਜੀ। ਸੋ ਇਹ ਸਾਨੂੰ ਉਹ ਪਿੰਡ ਦੇ ਵਸਨੀਕ ਜਿਹੜੇ ਇੱਥੋਂ ਰੋਜ਼ਾਨਾ ਜਿਹੜਾ ਲੰਗਰ ਉਹ ਲੈ ਕੇ ਜਾਂਦੇ ਰਹੇ, ਹੁਣ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਜੱਦੀ ਪਿੰਡ ਤੋਂ ਮੌਜੂਦ ਨੇ, ਜਿਨ੍ਹਾਂ ਦੀ ਦੇਖ ਵਿੱਚ ਕਹਿ ਸਕਦੇ ਆ ਇੱਥੇ ਜਿਹੜੀ ਲੰਗਰ ਦੀ ਪ੍ਰਕਿਰਿਆ ਹੁੰਦੀ ਆ। ਸੋ ਉਹਨਾਂ ਤੋਂ ਜਾਣਕਾਰੀ ਲੈਂਦੇ ਆ, ਕਿੱਦਾਂ ਸੀਗਾ ਭਾਜੀ ਜਿਹੜਾ ਲੰਗਰ ਦਾ ਅਰੇਂਜਮੈਂਟ ਸੀਗਾ, ਕੀ ਕਹਿਣਾ ਉਹਦੇ ਬਾਰੇ? ਬਹੁਤ ਵਧੀਆ, ਬਹੁਤ ਹੀ ਜ਼ਿਆਦਾ ਵਧੀਆ। ਮੈਂ ਤਾਂ ਹੈਰਾਨ ਆ ਵੀ ਗੁਰਦਾਵਰ ਸਿੰਘ ਨੇ ਇੰਨਾ ਵੱਡਾ ਉਪਰਾਲਾ ਕੀਤਾ ਆ, ਬਹੁਤ ਵਧੀਆ ਆ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਨਾਲ ਇਸ ਵਕਤ ਡਿੰਪਲ ਜੀ, ਇਹ ਵੀ ਟੀਮ ਦੇ ਮੈਂਬਰ ਨੇ, ਇਹਨਾਂ ਤੋਂ ਵੀ ਜਾਣਕਾਰੀ ਲੈਂਦੇ ਆ। ਬਸ ਬਹੁਤ ਵਧੀਆ ਉਪਰਾਲਾ ਕੀਤਾ ਗੁਰਦਾਵਰ ਸਿੰਘ ਜੀ ਨੇ ਜੀ। ਹਾਂਜੀ, ਬਹੁਤ ਥੈਂਕ ਯੂ ਕਰਦੇ ਹਾਂ, ਬਸ ਧੰਨਵਾਦ। ਹਾਂਜੀ, ਸਾਡੇ ਕੋਲ ਗੁਰਦਾਵਰ ਸਿੰਘ ਹੁਣਾਂ ਦੇ ਜਿਹੜਾ ਜੱਦੀ ਪਿੰਡ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਸਾਡੇ ਕੋਲ ਇਸ ਵਕਤ ਮੌਜੂਦ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਆ, ਜਿਨ੍ਹਾਂ ਦੀ ਦੇਖ ਦੇ ਵਿੱਚ ਜਿਹੜਾ ਇਹ ਲੰਗਰ ਚੱਲਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ ਜਿਹੜਾ ਮਾਤਾ ਜੀ ਇੱਥੇ ਲੰਗਰ ਜਿਹੜਾ ਲਗਾਤਾਰ 30 ਦਿਨ ਚੱਲਿਆ, ਤੁਹਾਡੇ ਪਿੰਡ ਵਿੱਚ ਵੀ ਆਇਆ ਔਰ ਤੁਹਾਡੇ ਜਿਹੜੇ ਗੁਰਦਾਵਰ ਸਿੰਘ ਤੁਹਾਡੇ ਫੈਮਿਲੀ ਮੈਂਬਰ ਵੱਲੋਂ ਜਿਹੜਾ ਉਪਰਾਲਾ ਇਹ ਕੀਤਾ ਗਿਆ, ਸੋ ਕਿੱਦਾਂ ਦਾ ਸੀਗਾ ਸਾਰਾ ਟਾਈਮ ਜਿਹੜਾ ਇਹ ਲੰਗਰ ਲੋਕਾਂ ਨੂੰ ਮਿਲਦਾ ਰਿਹਾ? ਕੀ ਵਿਊ ਸੀ ਤੁਹਾਡੇ ਲੋਕਾਂ ਦੇ ਇੱਥੇ ਦੇ ਔਰ ਕਿੱਦਾਂ ਦੀ ਪ੍ਰਕਿਰਿਆ ਰਹੀ ਇਹ? ਲੋਕਾਂ ਨੂੰ ਬਹੁਤ ਔਖੀ ਸੀ ਲੰਗਰ ਤੋਂ, ਜੇ ਲੰਗਰ ਨਾ ਵਰਤਾਇਆ ਜਾਂਦਾ ਤਾਂ ਲੋਕਾਂ ਨੂੰ ਬਹੁਤ ਮੁਸ਼ਕਲ ਖੜੀ ਹੋਈ ਸੀ। ਕੰਮਕਾਰ ਬੰਦ ਹੋਏ ਹੋ ਸੀਗੇ, ਦਿਹਾੜੀ ਤੇ ਬੰਦੇ ਜਿਹੜੇ ਜਾਂਦੇ ਉਹਨਾਂ ਲਈ ਤਾਂ ਲੰਗਰ ਲਈ ਬਹੁਤ ਮੁਸ਼ਕਲ ਸੀਗੀ। ਹੁਣ ਉਹਨਾਂ ਨੂੰ ਫਿਰ ਵੀ ਔਖੀ ਹੋਊਗੀ ਥੋੜੀ ਬਹੁਤੀ, ਕਿਉਂ ਲੰਗਰ ਨਹੀਂ ਮਿਲਣਾ ਮੁੜ ਕੇ। ਸੋ ਜਿਹੜਾ ਲੰਗਰ ਹੁਣ ਸਮਾਪਤੀ ਆ ਜਿਹੜੀ ਅੱਜ ਲਾਸਟ ਦਿਨ ਹੋ ਗਿਆ, ਔਰ ਤੁਹਾਨੂੰ ਲੱਗਦਾ ਜਿਹੜਾ ਲੋਕਾਂ ਨੂੰ ਕੱਲ੍ਹ ਤੋਂ ਲੋਕ ਦੇਖਣਗੇ ਰਾਹ ਵੀ ਸਾਨੂੰ ਲੰਗਰ ਕਿੱਥੋਂ ਮਿਲੂਗਾ, ਫਿਰ ਕਿੱਦਾਂ ਹੋਊਗੀ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਲੋਕ ਉਡੀਕ ਤਾਂ ਕਰੂਗੇ ਵੀ ਲੰਗਰ ਸਾਡੇ ਲਈ ਅੱਜ ਆਇਆ ਨਹੀਂ, ਮਹੀਨਾ ਭਰ ਅਸੀਂ ਵਰਤਦੇ ਰਹੇ, ਲੰਗਰ ਨੂੰ ਖਾਂਦੇ ਰਹੇ ਆ। ਮੁਸ਼ਕਲ ਤਾਂ ਉਹਨਾਂ ਨੂੰ ਲੱਗੂਗੀ ਜ਼ਰੂਰ। ਹੁਣ ਆਪਣਾ ਉਪਰਾਲਾ ਕਰੂਗੇ, ਥੋੜ੍ਹਾ ਬਹੁਤਾ ਮਿਹਨਤ ਕਰਕੇ ਖਾਊਗੇ ਆਪਣਾ। ਲੋਕਡਾਊਨ ਕਰਕੇ ਜ਼ਿਆਦਾ ਮੁਸ਼ਕਲ ਆ ਹਜੇ। ਸੋ ਲੋਕਡਾਊਨ ਕਰਕੇ ਜਿਹੜਾ ਆ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਜਿਹੜੇ ਲੋਕਾਂ ਨੇ ਲੰਗਰ ਲਗਾਤਾਰ ਵਰਤਿਆ, ਔਰ ਲੰਗਰ ਦਾ ਜਿਹੜਾ ਲਾਸਟ ਦਿਨ ਸੀ, ਲਾਸਟ ਦਿਨ ਹੋਣ ਕਾਰਨ ਕੱਲ੍ਹ ਤੋਂ ਜਿਹੜਾ ਲੋਕਾਂ ਨੂੰ ਲੰਗਰ ਦੀ ਉਡੀਕ ਰਹੇਗੀ ਔਰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਆ। ਸੋ ਗੁਰਦਾਵਰ ਸਿੰਘ ਗਾਬਾ ਜੀ ਪਿੰਡ ਲੋਹਗੜ੍ਹ ਜੋ ਯੂਕੇ ਵਿੱਚ ਰਹਿ ਰਹੇ ਨੇ, ਉਹਨਾਂ ਦਾ ਇਹ ਸਾਰਾ ਉਪਰਾਲਾ ਸੀ ਜਿਹੜਾ 30 ਦਿਨ ਲਗਾਤਾਰ ਲੰਗਰ ਚਲਾਇਆ ਗਿਆ। ਲੋਕਾਂ ਨੇ ਇਸ ਦਾ ਬਹੁਤ ਲਾਹਾ ਲਿਆ। ਸੋ ਬਹੁਤ ਥੈਂਕ ਯੂ, ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਇਹ ਉਪਰਾਲਾ ਕੀਤਾ।